ਹੀਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਗੁਰੂ ਹਰਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ਼ੁਭ ਮਤ ਪ੍ਰਕਾਸ਼ਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਵਿਸਾਲਾ, ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾਪੁਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ, ਬੰਦਾਂ ਬਾਰ ਬਾਰ ਜਗਦੀਸਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਆਪ ਜੀ ਸੰਧਿਆ ਵੇਲੇ ਦੇ ਦੀਵਾਨਾਂ ਅੰਦਰ ਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਨੂੰ ਸ਼ਰਵਣ ਕਰਨ ਦੇ ਲਈ ਜੁੜ ਬੈਠੇ ਹੋ। ਮਹਾਰਾਜ ਕਹਿੰਦੇ ਨੇ, ਜਦੋਂ ਮਨੁੱਖ ਸਤਿਪੁਰਸ਼ਾਂ ਦੀਆਂ ਕਥਾਵਾਂ ਸੁਣਦਾ ਹੈ, ਉਹਨਾਂ ਨੇ ਜੀਵਨ ਦੇ ਵਿੱਚ ਜੋ ਜੋ ਕੀਤਾ, ਉਹਨਾਂ ਦੇ ਜੀਵਨ ਦੇ ਤੱਤਾਂ ਨੂੰ ਸੁਣਦਾ ਹੈ, ਮਨੁੱਖ ਦੀ ਜ਼ਿੰਦਗੀ ਦੇ ਅੰਦਰ ਬਦਲਾਵ ਆਉਂਦਾ ਹੈ, ਕ੍ਰਾਂਤੀ ਘਟਦੀ ਹੈ। ਮਨੁੱਖ ਸ਼ਾਂਤੀ ਵੱਲ ਨੂੰ ਚੱਲਦਾ ਹੈ, ਆਨੰਦ ਦੀ ਪ੍ਰਾਪਤੀ ਵੱਲ ਜਾਂਦਾ ਹੈ, ਭੈ ਤੋਂ ਮੁਕਤ ਹੋ ਜਾਂਦਾ ਹੈ, ਪਰਮਾਤਮਾ ਦੇ ਨਾਲ ਪ੍ਰੇਮ ਵੱਧਦਾ ਹੈ, ਪਰਮਾਤਮਾ ਦੇ ਵਿੱਚ ਸ਼ਰਧਾ ਵੱਧਦੀ ਹੈ। ਜਦੋਂ ਮਨੁੱਖ ਸਤ ਸੰਗਤ ਦੇ ਵਿੱਚ ਆਉਂਦਾ ਹੈ, ਹੌਲੀ ਹੌਲੀ ਉਹਦੀ ਜ਼ਿੰਦਗੀ ਵਿੱਚ ਤਬਦੀਲੀ ਆਉਣੀ ਸ਼ੁਰੂ ਹੁੰਦੀ ਹੈ। ਬਾਣੀ 'ਚ ਮਹਾਰਾਜ ਕਹਿੰਦੇ ਨੇ, ਸਾਧ ਸੰਗਤ ਬਿਨ ਭਾਉ ਨਾ ਉਪਜੈ। ਸਤ ਸੰਗਤ ਤੋਂ ਬਿਨਾ ਮਨੁੱਖ ਦੇ ਅੰਦਰ ਭਾਵ ਨਹੀਂ ਉਪਜਦਾ ਪਰਮੇਸ਼ਰ ਦੇ ਪ੍ਰਤੀ। ਕਿਉਂਕਿ ਮਨੁੱਖ ਨੇ ਜੇ ਬਾਹਰੀ ਤੌਰ ਦੀ ਦੁਨੀਆ ਬਾਰੇ ਪਤਾ ਕਰਨਾ ਹੈ, ਰਾਜਨੀਤ ਬਾਰੇ ਜਾਣਨਾ ਚਾਹੁੰਦਾ ਹੈ, ਇਸ ਨੂੰ ਰਾਜਨੇਤਾਵਾਂ ਦੀ ਸੰਗਤ ਕਰਨੀ ਪੈਣੀਗੀ। ਸਰੀਰ ਬਾਰੇ ਜਾਣਨਾ ਚਾਹੁੰਦਾ ਹੈ, ਡਾਕਟਰਾਂ ਦੀ ਸੰਗਤ ਕਰਨੀ ਪੈਂਦੀ ਹੈ। ਜੇ ਪਰਮਾਤਮਾ ਬਾਰੇ ਜਾਣਨਾ ਚਾਹੁੰਦਾ ਹੈ, ਫਿਰ ਗੁਰੂ ਦੇ ਦੁਆਰੇ ਸੰਗਤ ਕਰਨੀ ਪੈਂਦੀ ਹੈ। ਉਸ ਤੋਂ ਫਿਰ ਇਹਨੂੰ ਪਤਾ ਲੱਗਦਾ ਹੈ ਪਰਮੇਸ਼ਰ ਕੀ ਹੈ, ਉਹ ਵਸਦਾ ਕਿੱਥੇ ਹੈ, ਉਸ ਨੂੰ ਪ੍ਰਾਪਤ ਕਰਨ ਦੇ ਕਿਹੜੇ ਕਿਹੜੇ ਵਸੀਲੇ ਅਤੇ ਤਰੀਕੇ ਹਨ। ਉਹਨਾਂ ਤਰੀਕਿਆਂ ਦੀ ਵਿਚਾਰ ਤੇ ਗਾਥਾ ਮਨੁੱਖ ਸ਼ਰਵਣ ਕਰਦਾ ਹੈ। ਸਤ ਸੰਗਤ ਵਿੱਚ ਆ ਕੇ ਮਨੁੱਖ ਵਿੱਚ ਸਹਿਜ ਪੈਦਾ ਹੋ ਜਾਂਦਾ ਹੈ। ਜਿਵੇਂ ਜਿਵੇਂ ਮਨੁੱਖ ਦੇ ਅੰਦਰੋਂ ਕਾਲਾਪਣ, ਜਲਦਬਾਜ਼ੀ ਖਤਮ ਹੋ ਜਾਂਦੀ ਹੈ, ਜਿਵੇਂ ਜਿਵੇਂ ਜਲਦਬਾਜ਼ੀ ਖਤਮ ਹੁੰਦੀ ਹੈ, ਕ੍ਰੋਧ ਵੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਹਰੇਕ ਗੱਲ ਨੂੰ ਮਨੁੱਖ ਸਮਝਦਾ ਹੈ, ਹਰੇਕ ਚੀਜ਼ ਦੇ ਵਿਚਾਰ ਕਰਦਾ ਹੈ,
ਹਰੇਕ ਵਸਤੂ ਦੇ ਕਾਰਨ ਲੱਭਣ ਦੀ ਚੇਸ਼ਟਾ ਕਰਦਾ ਹੈ, ਉਸ ਦੇ ਅੰਦਰ ਐਸੀ ਭਾਵਨਾਵਾਂ ਪੈਦਾ ਸ਼ੁਰੂ ਹੁੰਦੀਆਂ ਨੇ। ਮਨੁੱਖ ਸਹਿਜ ਵਿੱਚ ਖਲੋ ਜਾਂਦਾ ਹੈ, ਕਿਉਂ? ਵਿਸ਼ਵਾਸ ਪ੍ਰਮਾਤਮਾ ਤੇ ਬਣ ਜਾਂਦਾ ਹੈ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਏਡੀ ਵੱਡੀ ਅਵਸਥਾ ਤੇ ਉਹ ਪਹੁੰਚ ਜਾਂਦਾ ਹੈ। ਕਹਿੰਦੇ ਇੱਕ ਵਾਰ ਇੱਕ ਮਨੁੱਖ ਨੂੰ ਚੀਤੇ ਨੇ ਵੱਢਿਆ, ਫਕੀਰ ਸੀ, ਵਾਹਵਾ ਫੱਟ ਲੱਗ ਗਏ ਸਰੀਰ ਤੇ, ਖੂਨ ਵਹਿੰਦਾ ਹੈ। ਉਹ ਖੂਨ ਵਹਿੰਦੇ ਵਿੱਚ ਵੀ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੈ, ਪ੍ਰਮਾਤਮਾ ਤੇਰਾ ਸ਼ੁਕਰ ਹੈ। ਨੇੜੇ ਨੇੜੇ ਦੇ ਲੋਕ ਪੁੱਛਦੇ ਨੇ, ਤੇਰਾ ਸਰੀਰ ਫੱਟੜ ਹੈ, ਇਸ ਅਵਸਥਾ ਵਿੱਚ ਹੈ, ਇਸ ਅਵਸਥਾ 'ਚ ਤੈਨੂੰ ਅਰਦਾਸ ਕਰਨੀ ਚਾਹੀਦੀ ਹੈ, ਪ੍ਰਮਾਤਮਾ ਮੈਨੂੰ ਠੀਕ ਕਰ, ਪਰ ਤੂੰ ਅਰਦਾਸ ਇਹ ਕਰ ਰਹੇ ਹੈ, ਪ੍ਰਮਾਤਮਾ ਤੇਰਾ ਸ਼ੁਕਰ ਹੈ। ਉਹ ਕਹਿੰਦਾ ਮੈਂ ਸ਼ੁਕਰ ਇਸ ਲਈ ਕਰ ਰਿਹਾ ਪ੍ਰਮਾਤਮਾ, ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ, ਪਾਪਾਂ ਵਿੱਚ ਤੇ ਨਹੀਂ, ਇਹ ਤੇਰਾ ਸ਼ੁਕਰ ਹੈ। ਮੈਂ ਮੁਸੀਬਤ ਵਿੱਚ ਘਿਰਿਆ ਹੋਇਆ, ਪਾਪਾਂ ਵਿੱਚ ਨਹੀਂ ਘਿਰਿਆ ਹੋਇਆ, ਤਾਂ ਉਹਦਾ ਸ਼ੁਕਰ ਹੈ। ਉਹ ਵੱਖਰੀ ਗੱਲ ਹੈ, ਮੇਰੇ ਸਰੀਰ ਦੀ ਅਵਸਥਾ ਕੀ ਹੈ। ਇਸ ਕਰਕੇ ਮਨੁੱਖ ਨੂੰ ਇਹ ਸ਼ੁਕਰ ਕਰਨਾ ਚਾਹੀਦਾ ਹੈ, ਪ੍ਰਮਾਤਮਾ ਭਾਵੇਂ ਮੇਰੇ ਤੇ ਮੁਸੀਬਤਾਂ ਲੱਖਾਂ ਨੇ, ਪਰ ਜੇ ਮੈਂ ਤੇਰੇ ਦੁਆਰੇ ਆ ਕੇ ਸਤ ਸੰਗਤ ਵਿੱਚ ਬੈਠਦਾ, ਇਹ ਤੇਰਾ ਸ਼ੁਕਰ ਹੈ। ਘੱਟੋ ਘੱਟ ਮੈਂ ਸਤ ਸੰਗਤ ਦੇ ਵਿੱਚ ਬੈਠਾ, ਭਾਵੇਂ ਮੁਸੀਬਤਾਂ ਨੇ, ਪਾਪਾਂ ਦੇ ਵਿੱਚ ਤੇ ਨਹੀਂ ਨਾ ਲਿਪਤ ਹੋਇਆ, ਪਾਪਾਂ ਵਿੱਚ ਤੇ ਨਹੀਂ ਨਾ ਕਰਿਆ ਹੋਇਆ। ਮਹਾਰਾਜ ਕਹਿੰਦੇ ਨੇ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਜਦੋਂ ਮਨੁੱਖ ਆਪਣੇ ਵੱਡੇ ਵਡੇਰਿਆਂ ਦੀਆਂ ਗਾਥਾਵਾਂ ਸੁਣਦਾ ਹੈ, ਉਹਨਾਂ ਦੇ ਜੀਵਨ ਇਤਿਹਾਸ ਦੇ ਬਾਰੇ ਸਮਝਦਾ ਹੈ, ਉਹਨਾਂ ਜ਼ਿੰਦਗੀ ਦੇ ਵਿੱਚ ਕੀ ਕੀ ਕੀਤਾ ਔਰ ਕਿਵੇਂ ਕੀਤਾ, ਇਸ ਦੇ ਨਾਲ ਮਨੁੱਖ ਬਦਲਾਅ ਦੇ ਵਿੱਚ ਆਉਂਦਾ ਹੈ, ਮਾਨਸਿਕ ਮੰਡਲ ਵਿੱਚ ਬਦਲਾਅ ਆ ਜਾਂਦਾ ਹੈ। ਸੋ ਆਓ, ਜਿਵੇਂ ਹੁਣ ਗੁਰੂ ਸਾਹਿਬ ਜੀ ਦੀ ਕੱਲ੍ਹ ਤੋਂ ਅਸੀਂ ਸ਼ਰਵਣ ਕੀਤਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਇੱਕ ਤਪਾ ਆਉਂਦਾ ਹੈ। ਉਹਦੇ ਪ੍ਰਸ਼ਨ ਇਹ ਨੇ, ਤੁਹਾਡੇ ਸਿੱਖ ਸਿਰਫ ਸਤਨਾਮ ਦਾ ਜਾਪ ਕਰਦੇ ਨੇ, ਬਾਹਰੀ ਤੌਰ ਤੇ ਕਿਸੇ ਵੀ ਕਰਮ ਨੂੰ ਨਹੀਂ ਕਰਦੇ। ਹੁਣ ਉਹ ਕਰਮ ਤੇ ਨਹੀਂ ਕਰ ਰਹੇ, ਇਹਨਾਂ ਦਾ ਪਾਰ ਉਤਾਰਾ ਕਿਵੇਂ ਹੋਏਗਾ? ਉਸ ਦੀ ਜਿਹੜੀ ਸ਼ੰਕਾ ਹੈ, ਗੁਰੂ ਸਾਹਿਬ ਕਿਵੇਂ ਨਿਰਵਿਰਤ ਕਰਦੇ ਨੇ। ਆਓ ਬੜੇ ਪ੍ਰੇਮ ਸਤਿਕਾਰ ਨਾਲ ਸ਼ਰਵਣ ਕਰੀਏ। ਆਰੰਭ ਕਰਨ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੇ ਹੋਏ ਗੁਰਮੰਤਰ ਨਾਲ ਸਾਂਝ ਪਾਈਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਿਥਾ ਦੋਸ ਮਮ ਸਿੱਖਿਆਨ ਦੀਨਸ, ਤਤ ਵਸਤ ਕੋ ਭੇਦ ਨ ਚੀਨਸ। ਮਹਾਰਾਜ ਕਹਿੰਦੇ ਨੇ, ਭਾਈ ਤਪਾ, ਤੂੰ ਸਾਡੇ ਸਿੱਖਾਂ ਤੇ ਵਿਅਰਥ ਦੇ ਤੇ ਨਿਕੰਮੇ ਦੋਸ਼ ਲਾ ਰਹੇ। ਕਾਰਨ ਕਿਉਂ? ਕਿਉਂਕਿ ਤੇਸ ਨੂੰ ਤੱਤ ਵਸਤੂ ਦਾ ਨਹੀਂ ਪਤਾ। ਜਿਹਨੂੰ ਤੱਤ ਵਸਤੂ ਦਾ ਨਹੀਂ ਪਤਾ, ਕਿਉਂਕਿ ਹਰੇਕ ਮਨੁੱਖ ਦੀ ਆਪੋ ਆਪਣੀ ਦ੍ਰਿਸ਼ਟੀ ਹੈ ਵੇਖਣ ਦੀ। ਮਨੁੱਖ ਆਪਣੀ ਦ੍ਰਿਸ਼ਟੀ ਦੇ ਹਿਸਾਬ ਦੇ ਨਾਲ ਹੀ ਆਪਣੀ ਸ੍ਰਿਸ਼ਟੀ ਬਣਾ ਲੈਂਦਾ ਹੈ। ਕਿਸੇ ਦੇ ਬਾਰੇ ਮਨੁੱਖ ਦੀ ਮਾਨਤਾ, ਮਨੁੱਖ ਦੇ ਵਿਚਾਰ ਕਿਸੇ ਦੇ ਬਾਰੇ ਕੈਸੇ ਹੋ ਸਕਦੇ ਨੇ? ਕਿਉਂ? ਉਸ ਦੀਆਂ ਵਿਹਾਰ ਤੋਂ, ਉਸ ਦੀਆਂ ਲੱਛਣਾਂ ਤੋਂ ਮਨੁੱਖ ਉੱਤੇ ਦੋਸ਼ ਅਰਪਣ ਕਰ ਦਿੰਦਾ ਹੈ। ਜਿਹੜੀ ਅਵਸਥਾ ਤੇ ਮਨੁੱਖ ਖਲੋਤਾ ਹੈ, ਜਿੱਥੇ ਦੀ ਬੁੱਧੀ ਥੰਮੀ ਹੋਈ ਹੈ, ਉਤਨੀ ਕੋ ਦੀ ਸ੍ਰਿਸ਼ਟੀ ਹੈ, ਉਨਾ ਕੋ ਦਾ ਦਾਇਰਾ ਹੈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ, ਕਹਿੰਦੇ ਤਪਾ, ਤੂੰ ਸਾਡੀਆਂ ਸਿੱਖਾਂ ਤੇ ਵਿਅਰਥ ਦੇ ਦੋਸ਼ ਲਗਾ ਰਹੇ ਹੈ। ਅਸਲ ਦੇ ਵਿੱਚ ਤੇਰੀ ਦ੍ਰਿਸ਼ਟੀ ਦੂਰ ਅੰਦਿਸ਼ਟ ਨਹੀਂ ਹੈ, ਤੂੰ ਦੂਰਦਰਸ਼ੀ ਨਹੀਂ ਹੈ, ਤੈਨੂੰ ਤੱਤ ਵਸਤੂ ਦਾ ਗਿਆਨ ਨਹੀਂ, ਇਸ ਕਰਕੇ ਤੂੰ ਦੋਸ਼ ਆਰੋਪਣ ਕਰ ਰਿਹਾ ਹੈ। ਸਕਲ ਜਨਮ ਤੈ ਕੀਨ ਬਤੀਤ, ਮਿਲਿਓ ਨਾ ਗੁਰ ਨਹਿ ਆਏ ਪ੍ਰਤੀਤ। ਤਪਾ, ਤੂੰ ਆਪਣੀ ਸਾਰੀ ਜ਼ਿੰਦਗੀ ਵਿਅਰਥ ਗਵਾ ਦਿੱਤੀ ਹੈ। ਤੇਰੇ ਮਨ ਦੇ ਵਿੱਚ ਗੁਰੂ ਦਾ ਗਿਆਨ ਨਹੀਂ ਗਿਆ, ਤੈਨੂੰ ਸਮਝ ਨਹੀਂ ਲੱਗੀ, ਇਸ ਕਰਕੇ ਤੇਰੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਪ੍ਰਤੀਤੀ ਨਹੀਂ ਆਈ ਹੈ।
ਜੰਗਮ ਤੀਰਥ ਅਤ ਸਤ ਸੰਗ ਤਿਸ ਕੋ ਮਿਲਿਓ ਨ ਲਹਿ ਹਰ ਰੰਗ। ਮਹਾਰਾਜ ਕਹਿੰਦੇ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਤਪਾ ਸਤ ਸੰਗਤ ਇੱਕ ਚੱਲਦਾ ਫਿਰਦਾ ਹੀ ਤੀਰਥ ਹੈ। ਇਹ ਕਿਤੇ ਵੀ ਹੋ ਸਕਦੀ ਹੈ, ਘਰ ਵਿੱਚ ਵੀ ਹੋ ਸਕਦੀ ਹੈ। ਕਿਤੇ ਤੀਰਥ ਤੇ ਇਸ਼ਨਾਨ ਕਰਨ ਦੀ ਲੋੜ ਨਹੀਂ। ਸਤ ਸੰਗਤ ਇੱਕ ਚੱਲਦਾ ਫਿਰਦਾ ਹੀ ਤੀਰਥ ਹੈ। ਪਰ ਜਿਸ ਦੇ ਕਰਮ ਚੰਗੇ ਹੁੰਦੇ ਨੇ ਉਸ ਨੂੰ ਇਹ ਪ੍ਰਾਪਤ ਹੁੰਦਾ ਹੈ। ਔਰ ਜਦੋਂ ਤਾਈਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋਏਗੀ ਉਦੋਂ ਤਾਈਂ ਪਰਮੇਸ਼ਰ ਦਾ ਰੰਗ ਮਨੁੱਖ ਨੂੰ ਨਹੀਂ ਲੱਗਦਾ ਹੈ। ਔਰ ਮਹਿ ਗਰਭ ਧਰਿਓ ਡੇਢ ਪੂਰਾ ਤਬੇ ਮਿਟੇ ਮਿਲੇ ਹੈ ਗੁਰ ਪੂਰਾ। ਤੂੰ ਆਪਣੇ ਹਿਰਦੇ ਦੇ ਵਿੱਚ ਝੂਠਾ ਅਹੰਕਾਰ ਰੱਖਿਆ ਹੋਇਆ ਹੈ। ਝੂਠੇ ਹੰਕਾਰ ਦਾ ਮਤਲਬ ਗੁਣ ਵੀ ਨਹੀਂ, ਪਤਾ ਵੀ ਨਹੀਂ, ਸਮਝ ਵੀ ਨਹੀਂ, ਹੰਕਾਰ ਵੀ ਹੈ। ਹੇ ਤਪਾ ਤੂੰ ਆਪਣੇ ਮਨ ਦੇ ਵਿੱਚ ਝੂਠਾ ਹੰਕਾਰ ਰੱਖਿਆ। ਕਾਰਨ ਕੀ? ਕਿਉਂਕਿ ਤੈਨੂੰ ਕੋਈ ਪੂਰਾ ਗੁਰੂ ਨਹੀਂ ਮਿਲਿਆ, ਤੈਨੂੰ ਕੋਈ ਗਿਆਨ ਦੇਣ ਵਾਲਾ ਨਹੀਂ ਮਿਲਿਆ, ਤਾਂ ਹੀ ਤੇ ਤੂੰ ਦੋਸ਼ ਅਰਪਣ ਕਰ ਰਹੇ ਹੈ। ਸਾਧ ਸੰਗਤ ਇੱਕ ਵਾਰੀ ਕਹਿੰਦੇ ਨੇ ਸ਼ੇਖ ਸਾਦੀ ਹੋਇਆ, ਉਹਨੇ ਕਿਤਾਬ ਲਿਖੀ ਗੁਲਿਸਤਾਨ। ਉਹਦੇ ਵਿੱਚ ਉਹ ਲਿਖਦਾ, ਕਹਿੰਦੇ ਮੈਂ ਛੋਟਾ ਜਿਹਾ ਸੀ, ਰਾਤ ਨੂੰ ਕਹਿੰਦੇ ਮੈਂ ਆਪਣੇ ਪਿਤਾ ਨਾਲ ਗਿਆ, ਬੈਠੇ ਸੀ, ਨਮਾਜ਼ ਦਾ ਟਾਈਮ ਸੀ, ਲੋਕ ਸੁੱਤੇ ਹੋਏ ਸੀ। ਕਹਿੰਦੇ ਮੈਂ ਆਪਣੇ ਪਿਤਾ ਨੂੰ ਸਵਾਲ ਕੀਤਾ, ਪਿਤਾ ਜੀ ਸਾਰੇ ਲੋਕ ਸੁੱਤੇ ਹੋਏ ਨੇ, ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਮਾਜ਼ ਪੜ੍ਹਨ ਵਾਲਾ ਨਹੀਂ ਹੈ? ਉਸ ਦਾ ਪਿਤਾ ਕਹਿੰਦਾ ਚੰਗੀ ਗੱਲ ਹੈ ਜੇ ਤੂੰ ਵੀ ਸੋ ਜਾਂਦਾ। ਕਹਿੰਦਾ ਕਿਉਂ? ਘੱਟੋ ਘੱਟ ਤੂੰ ਕਿਸੇ ਦੀ ਨਿੰਦਾ ਤੇ ਨਾ ਕਰਦਾ, ਚੰਗਾ ਹੁੰਦਾ ਤੂੰ ਵੀ ਇਹਨਾਂ ਨਾਲ ਹੀ ਸੁੱਤਾ ਹੁੰਦਾ। ਅੱਜ ਤੂੰ ਦੋਸ਼ ਲਾ ਰਿਹਾ ਕਿ ਇਹਨਾਂ ਵਿੱਚੋਂ ਕੋਈ ਵੀ ਨਮਾਜ਼ ਪੜ੍ਹਨ ਵਾਲਾ ਨਹੀਂ, ਤੂੰ ਦੋਸ਼ ਲਗਾ ਰਿਹਾ। ਸ਼ੇਖ ਸਾਦੀ ਕਹਿੰਦਾ ਮੇਰੇ ਪਿਤਾ ਨੇ ਜਿਹੜਾ ਜਵਾਬ ਦਿੱਤਾ ਮੈਨੂੰ ਅੱਜ ਤਾਈਂ ਯਾਦ ਹੈ। ਕਹਿੰਦੇ ਸ਼ੇਖ ਸਾਦੀ ਚੰਗਾ ਹੁੰਦਾ ਤੂੰ ਵੀ ਲੰਮਾ ਪਿਆ ਹੁੰਦਾ, ਘੱਟੋ ਘੱਟ ਇਹ ਨਿੰਦਾ ਦਾ ਰਸ ਤੇਰੀ ਜ਼ਬਾਨ ਚੋਂ ਨਾ ਨਿਕਲਦਾ। ਇਹਦਾ ਮਤਲਬ ਹੈ ਉਹਦੇ ਨਾਲੋਂ, ਐਸੀ ਬੰਦਗੀ ਨਾਲੋਂ ਸੋ ਜਾਣਾ ਹੀ ਚੰਗਾ ਹੈ ਜਿਸ ਦੇ ਵਿੱਚੋਂ ਨਿੰਦਾ ਦਾ ਜ਼ਹਿਰ ਨਿਕਲਦਾ ਹੈ, ਜਿਹਦੇ ਵਿੱਚੋਂ ਮਨੁੱਖ ਦੂਜਿਆਂ ਤੇ ਦੋਸ਼ ਅਰਪਣ ਕਰਦਾ ਹੈ। ਫਿਰ ਐਸੀ ਬੰਦਗੀ ਦਾ ਫਾਇਦਾ ਨਹੀਂ। ਤਪਾ ਬੰਦਗੀ ਤੇ ਕਰਦਾ ਹੈ, ਪਰ ਬੰਦਗੀ ਦੇ ਨਾਲ ਨਾਲ ਦੋਸ਼ ਅਰਪਣ ਕਰ ਰਿਹਾ, ਫਿਰ ਬੰਦਗੀ ਖਾਲੀ ਗਈ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਤਿਸ ਦਾ ਸਭ ਗਿਆ। ਜਿਹਦੇ ਅੰਦਰ ਚੁਗਲੀ ਵੱਜਦੀ ਹੈ, ਚੁਗਲੀ ਹੈ, ਨਿੰਦਾ ਹੈ, ਸਮਝੋ ਜੋ ਕੁਛ ਉਹਨੇ ਕੀਤਾ ਹੈ ਸਾਰਾ ਕੁਝ ਗਿਆ, ਕਿਉਂਕਿ ਸੰਸਕਾਰ ਤੇ ਮਾੜਾ ਫਿਰ ਅੰਦਰ ਆ ਗਿਆ। ਜਦੋਂ ਹੀ ਮਨੁੱਖ ਨੇ ਚੁਗਲੀ ਕੀਤੀ ਅੰਦਰੋਂ ਸੰਸਕਾਰ ਮਾੜਾ ਬਣ ਗਿਆ, ਅੰਦਰ ਨਾਲੋਂ ਨਾਲ ਕੋਈ ਨਾ ਕੋਈ ਕਰਮ ਨਿਕਲ ਗਿਆ ਅੰਦਰੋਂ। ਇਸ ਕਰਕੇ ਸਾਧ ਸੰਗਤ ਜਿਹੜਾ ਤਪ ਹੈ, ਮਹਾਰਾਜ ਕਹਿੰਦੇ ਤੈਨੂੰ ਪੂਰਾ ਗੁਰੂ ਨਹੀਂ ਮਿਲਿਆ, ਤਾਂ ਹੀ ਕਰਕੇ ਤੂੰ ਅਸ਼ਾਂਤ ਹੈ, ਆਨੰਦ ਵਿੱਚ ਨਹੀਂ ਹੈ ਔਰ ਲੋਕਾਂ ਦੀ ਨਿੰਦਾ ਕਰ ਰਿਹਾ ਹੈ। ਸੁਣ ਕੈ ਤਪੇ ਕਹਿਓ ਆਚਾਰ ਔਰ ਸਭ ਤੀਰਥ ਮੱਜਣ ਬਾਰ। ਇਹਦੇ ਨਾਲ ਹੀ ਤਪੇ ਨੇ ਗੁਰੂ ਸਾਹਿਬ ਜੀ ਤੋਂ ਸੁਣ ਕੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਫਲ ਗਿਣਾਉਣ ਲੱਗਾ ਹੈ। ਕਿਮ ਲਗ ਕਹੋ ਜੇ ਸਭ ਨੇ ਮਾਨੇ ਮਹਿਮਾ ਮਹਾ ਪੁਰਾਨ ਬਖਾਨੇ। ਮਹਾਰਾਜ ਨੂੰ ਕਹਿੰਦਾ ਹੈ ਤੁਸੀਂ ਤੀਰਥਾਂ ਨੂੰ ਨੀਵਾਂ ਕਿਵੇਂ ਕਹਿ, ਭਾਵੇਂ ਮਹਾਰਾਜ ਕਹਿ ਨਹੀਂ ਰਹੇ, ਤੁਸੀਂ ਤੀਰਥਾਂ ਤੋਂ ਨੀਵਾਂ ਕਿਵੇਂ ਕਹਿ ਰਹੇ ਹੋ? ਕਿਉਂਕਿ ਸਾਰੇ ਵੇਦ ਪੁਰਾਣ ਤੇ ਤੀਰਥਾਂ ਨੂੰ ਬੜਾ ਵੱਡਾ ਗਿਣਦੇ ਨੇ। ਕਿਉਂਕਿ ਮਹਾਰਾਜ ਬਾਣੀ ਦੇ ਕਹਿੰਦੇ ਸੁਣੇ ਹੈ 68 ਕਾ ਇਸ਼ਨਾਨ। ਜੇ ਮਨੁੱਖ ਸਿਰਫ ਪ੍ਰਮਾਤਮਾ ਦਾ ਨਾਮ ਮਨ ਦੇ ਦੁਆਰਾ, ਜਿਵੇਂ ਜਿਵੇਂ ਮਨ ਆਤਮਾ ਦੀ ਆਵਾਜ਼ ਸੁਣਨ ਲੱਗ ਜਾਂਦਾ ਹੈ, ਆਤਮਾ ਦੇ ਘੱਲੇ ਹੋਏ ਨਿਰਣੇ ਮਨੁੱਖ ਦੀ ਜ਼ਿੰਦਗੀ ਵਿੱਚ ਲਾਗੂ ਹੋ ਜਾਂਦੇ ਨੇ, ਉਸ ਦਿਨ ਸਮਝੋ 68 ਤੀਰਥਾਂ ਦਾ ਇਸ਼ਨਾਨ ਘਰ ਬੈਠੇ ਹੀ ਹੋ ਜਾਂਦਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। 68 ਤੀਰਥਾਂ ਦਾ ਪੁੰਨ ਫਲ
ਤੇ ਜੀਆਂ ਤੇ ਦਇਆ ਦਾ ਪੁੰਨ ਫਲ ਕਦੋਂ ਮਿਲ ਜਾਂਦਾ ਹੈ? ਸਿਰਫ ਸਾਧੂਆਂ ਦੀ, ਸ੍ਰੇਸ਼ਟ ਪੁਰਖਾਂ ਦੀ ਸਤ ਸੰਗਤ ਵਿੱਚ ਬੈਠ ਕੇ। ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਆਪਣੇ ਆਤਮਾ ਦੀ ਆਵਾਜ਼ ਸੁਣਨੀ, ਉਹਦੇ ਵਿੱਚੋਂ ਚੰਗੀ ਜੀਵਨ ਸ਼ੈਲੀ ਬਣਾ ਕੇ ਦੂਜਿਆਂ ਨੂੰ ਇਹਦੇ ਬਾਰੇ ਦੱਸਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਕਰ ਵਿਚਾਰ ਮੁਝ ਦੇਹੁ ਸਮਝਾਈ, ਸਤ ਸੰਗਤ ਕੀ ਕਿਮ ਵਡਿਆਈ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਇੱਕ ਗੱਲ ਕਰੋ, ਤੁਸੀਂ ਕਹਿੰਦੇ ਹੋ ਸਤ ਸੰਗਤ ਬੜੀ ਵੱਡੀ ਹੈ, ਫਿਰ ਐਸਾ ਕਰੋ ਮੈਨੂੰ ਸਤ ਸੰਗਤ ਦੀ ਵਡਿਆਈ ਬਾਰੇ ਸਮਝਾਉਣਾ ਕਰੋ। ਤਬ ਸ੍ਰੀ ਰਾਮਦਾਸ ਹਿਤਕਾਰ, ਸ਼ਬਦ ਸੁਨਾਇਓ ਕੀਨ ਉਚਾਰ। ਫਿਰ ਗੁਰੂ ਰਾਮਦਾਸ ਜੀ ਨੇ ਉਹਦੇ ਤੇ ਉਪਕਾਰ ਕਰਨ ਵਾਸਤੇ, ਉਹਦੇ ਜੀਵਨ ਨੂੰ ਬਦਲਣ ਵਾਸਤੇ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਮਲਾਰ ਮਹੱਲਾ ਚੌਥਾ। ਗੰਗਾ ਜਮੁਨਾ ਗੋਦਾਵਰੀ, ਸੁਰਸਤੀ ਤੇ ਕਰਹਿ ਉੱਤਮ ਧੂਰ ਸਾਧੂ ਕੀ ਤਾਈ। ਮਹਾਰਾਜ ਕਹਿੰਦੇ ਨੇ ਵੱਡੀਆਂ ਵੱਡੀਆਂ ਨਦੀਆਂ ਨੇ, ਵੱਡੇ ਵੱਡੇ ਦਰਿਆ ਨੇ, ਗੰਗਾ ਹੈ, ਜਮੁਨਾ ਹੈ, ਗੋਦਾਵਰੀ ਹੈ ਤੇ ਸਰਸਵਤੀ ਹੈ। ਜਿੰਨੇ ਵੱਡੇ ਵੱਡੇ ਤੀਰਥ ਨੇ ਇਹਨਾਂ ਨਦੀਆਂ ਦੇ ਕੰਢਿਆਂ ਤੇ ਹੀ ਨੇ। ਕਬੀਰ ਸਾਹਿਬ ਜੀ ਦਾ ਇੱਕ ਸ਼ਬਦ ਹੈ, ਕਹੋ ਕਬੀਰ ਹੋਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਇਹ ਸ਼ਬਦ ਦੇ ਵਿੱਚ ਆਏਗਾ। ਜਿਤਨੇ ਵੱਡੇ ਵੱਡੇ ਤੀਰਥ ਨੇ ਇਹਨਾਂ ਦਰਿਆਵਾਂ ਦੇ ਕੰਢਿਆਂ ਤੇ ਨੇ। ਪਰ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਹੜੇ ਇਹ ਦਰਿਆ ਨੇ, ਇਹ ਵੀ ਕਹਿੰਦੇ ਨੇ ਮੇਰੇ ਵਿੱਚ ਆ ਕੇ ਸੰਤ ਲੋਕ ਇਸ਼ਨਾਨ ਕਰਨ, ਤਾਂ ਜੋ ਤੀਰਥਾਂ ਦਾ ਮਹੱਤਵ ਬਣਿਆ ਰਹੇ। ਜਦੋਂ ਤੀਰਥਾਂ ਦੇ ਉੱਤੇ ਵੀ ਜਾ ਕੇ ਪਾਪਿਸ਼ਟ ਲੋਕਾਂ ਨੇ, ਜਿਨ੍ਹਾਂ ਦੇ ਅੰਦਰਾਂ ਦੇ ਵਿੱਚ, ਮਨਾਂ ਦੇ ਵਿੱਚ ਮੈਲ ਹੈ, ਬਾਣੀ ਕਹਿੰਦੀ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਜਦੋਂ ਤੀਰਥ ਤੇ ਨਹਾਣ ਚੱਲਿਆ ਪਰ ਮਨ ਦੇ ਵਿੱਚ ਮੈਲ ਹੈ, ਫਿਰ ਉੱਥੇ ਜਾ ਕੇ ਵੀ ਕੁਛ ਨਾ ਕੁਛ ਮਾੜਾ ਹੀ ਕਮਾ ਕੇ ਆਪਣੇ ਘਰ ਵਿੱਚ ਲੈ ਕੇ ਆਏਗਾ। ਪੁੰਨ ਫਲ ਤੇ ਇਹਨੇ ਕੀ ਕਮਾਉਣੇ ਨੇ ਤੀਰਥਾਂ ਤੋਂ, ਕੁਛ ਫਾਇਦਾ ਤੇ ਕੀ ਲੈਣਾ ਹੈ, ਉਲਟਾ ਆਪਣੇ ਘਰ ਨੁਕਸਾਨ ਹੀ ਲੈ ਕੇ ਆ ਗਿਆ। ਮਹਾਰਾਜ ਕਹਿੰਦੇ ਤੀਰਥ ਤੇ ਨਹਾਣ ਤੇ ਗਿਆ, ਪਰ ਜਿਵੇਂ ਜਿਵੇਂ ਤੀਰਥਾਂ ਤੇ ਠੱਗਾਂ ਦਾ, ਚੋਰਾਂ ਦਾ, ਅਸੰਤ ਲੋਕਾਂ ਦਾ ਵਾਸਾ ਹੋ ਜਾਂਦਾ ਹੈ, ਤੀਰਥ ਵੀ ਮੈਲੇ ਹੋ ਜਾਂਦੇ। ਉਹ ਤੀਰਥ ਵੀ ਇਹ ਗੱਲ ਕਹਿੰਦੇ ਨੇ, ਸਾਡੇ ਵਿੱਚ ਆ ਕੇ ਕੋਈ ਸੰਤ ਜਨ ਆ ਕੇ ਇਸ਼ਨਾਨ ਕਰਨ, ਉਹਨਾਂ ਦੀ ਚਰਨਾਂ ਦੀ ਧੂੜ ਦੇ ਨਾਲ ਅਸੀਂ ਪਵਿੱਤਰ ਹੋ ਜਾਵਾਂਗੇ। ਮਹਾਰਾਜ ਕਹਿੰਦੇ ਇਹ ਚਾਰੇ ਦਰਿਆ ਇਹ ਵੀ ਯਤਨ ਕਰਦੇ ਨੇ ਪ੍ਰਮਾਤਮਾ ਦੇ ਅੱਗੇ, ਹੇ ਪ੍ਰਮਾਤਮਾ ਸਾਡੇ ਵਿੱਚ ਆ ਕੇ ਸਾਧੂ ਜਨ, ਸ੍ਰੇਸ਼ਟ ਪੁਰਸ਼ ਇਸ਼ਨਾਨ ਕਰਨ। ਮਹਾਰਾਜ ਬਾਣੀ ਦੇ ਵਿੱਚ ਕਬੀਰ ਸਾਹਿਬ ਕਹਿੰਦੇ, ਕਬੀਰ ਗੰਗਾ ਤੀਰ ਜੇ ਘਰ ਕਰ ਹੈ, ਪੀਵ ਹੈ ਨਿਰਮਲ ਨੀਰ। ਗੰਗਾ ਦੇ ਜਲ ਨੂੰ ਨਾ ਨਿਰਮਲ ਨੀਰ ਕਿਹਾ। ਨੀਰ ਦਾ ਮਤਲਬ ਪਾਣੀ। ਕਹਿੰਦੇ ਹੋਰ ਤੇ ਗੱਲ ਦੂਰ ਹੈ ਇਸ਼ਨਾਨ ਕਰਨ ਦੀ, ਜੇ ਗੰਗਾ ਦੇ ਦੁਆਰੇ ਤੇ ਘਰ ਬਣਾ ਲਏ ਮਨੁੱਖ, ਜਿੱਥੇ ਗੰਗਾ ਵਸਦੀ ਉੱਥੇ ਘਰ ਬਣਾ ਲਏ, ਕਿ ਉੱਥੇ ਘਰ ਬਣਾ ਕੇ ਬਾਰ-ਬਾਰ ਉੱਥੇ ਇਸ਼ਨਾਨ ਕਰਨ ਨਾਲ ਮਨ ਪਵਿੱਤਰ ਹੋ ਜਾਏਗਾ? ਨਹੀਂ ਹੋਏਗਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਗੰਗਾ ਤੀਰ ਜੇ ਘਰ ਕਰੈ, ਪੀਵ ਹੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਜੀ ਕਹਿੰਦੇ ਬਿਨਾਂ ਹਰੀ ਦੀ ਭਗਤੀ ਤੋਂ ਮਨੁੱਖ ਦੇ ਬੰਧਨਾਂ ਦੀ ਨਿਰਵਿਰਤੀ ਨਹੀਂ ਹੁੰਦੀ। ਮਨੁੱਖ ਦੇ ਅੰਦਰ ਜਿਹੜੇ ਡਰ ਪਏ ਹੋਏ ਨੇ ਪਰਮਾਤਮਾ ਤੋਂ, ਜਿਵੇਂ ਜਿਵੇਂ ਮਨੁੱਖ ਵਿਛੜਿਆ ਹੈ, ਵਿਛੜਨ ਦੇ ਨਾਲ ਇਸ ਦੀ ਜ਼ਿੰਦਗੀ ਵਿੱਚ ਡਰ ਹੀ ਪੈਦਾ ਹੋਏ ਨੇ, ਹੋਰ ਕੁਝ ਨਹੀਂ ਹੋਇਆ। ਜਿਵੇਂ ਜਿਵੇਂ ਮਨੁੱਖ ਨੇ ਪਰਮਾਤਮਾ ਨੂੰ ਦਰਕਿਨਾਰ ਕੀਤਾ ਆਪਣੀ ਜ਼ਿੰਦਗੀ ਦੇ ਵਿੱਚੋਂ, ਜਿਵੇਂ ਜਿਵੇਂ ਮਨੁੱਖ ਦੀ ਜ਼ਿੰਦਗੀ ਦੇ ਵਿੱਚੋਂ ਪਰਮਾਤਮਾ ਦੂਰ ਜਾਂਦਾ ਰਿਹਾ ਗਿਆ, ਮਨੁੱਖ ਕੋਲ ਹੋਰ ਤੇ ਬੜਾ ਕੁਝ ਆ ਗਿਆ। ਬਾਹਰੀ ਤੌਰ ਤੇ ਸੁੰਦਰ ਵਸਤਰ,
ਵੱਡੇ ਵੱਡੇ ਘਰ ਤੇ ਇਹਨੇ ਬਣਾ ਲਏ, ਪਰ ਮਨ ਅਸ਼ਾਂਤੀ ਰਹਿ ਗਿਆ। ਕਿਉਂ? ਕਾਰਨ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਆਪਣੇ ਕਬਜ਼ੇ ਵਿੱਚ ਕਰਨ ਵਿੱਚ ਲੱਗ ਪਿਆ, ਦੁਨੀਆ ਨੂੰ ਕਬਜ਼ੇ ਵਿੱਚ ਕਰਨ। ਮਨੁੱਖ ਇਹ ਸੋਚਦਾ ਹੈ ਮੇਰੇ ਉਦਮਾਂ ਦੇ ਨਾਲ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਕੰਟਰੋਲ ਵਿੱਚ ਕਰ ਲਵਾਂਗਾ। ਇਹਦਾ ਪਰਮਾਤਮਾ ਦੇ ਨਾਲ ਇਹ ਕੰਪੀਟੀਸ਼ਨ ਚੱਲ ਰਿਹਾ ਹੈ। ਇਹਨੂੰ ਅਸੀਂ ਕੰਪੀਟੀਸ਼ਨ ਕਹਿ ਲਈਏ ਜਾਂ ਚੈਂਪੀਅਨਸ਼ਿਪ ਕਹਿ ਲਈਏ। ਪਰਮਾਤਮਾ ਦੇ ਨਾਲ ਮਨੁੱਖ ਪ੍ਰਤੀਸਪਰਧਾ ਵਿੱਚ ਹੈ। ਪਰਮਾਤਮਾ ਤੇ ਇਹ ਕਹਿੰਦਾ ਤੂੰ ਮੇਰੇ ਅਨੁਸਾਰ ਚੱਲ, ਇਹ ਕਹਿੰਦਾ ਨਹੀਂ ਮੈਂ ਦੁਨੀਆ ਨੂੰ ਆਪਣੇ ਅਨੁਸਾਰ ਚਲਾਉਣਾ ਹੈ। ਬਸ ਗੱਲ ਇੰਨੀ ਹੈ। ਜਿੱਥੇ ਵੀ ਮੈਂ ਜਾਵਾਂ ਲੋਕ ਮੇਰੀ ਜੈ ਜੈਕਾਰ ਦੇ ਨਾਅਰੇ ਲਗਾਉਣ, ਜਿੱਥੇ ਵੀ ਜਾਵਾਂ, ਜਿੱਥੇ ਵੀ ਜਾਵਾਂ ਲੋਕ ਕਹਿਣ ਫਲਾਣਾ ਆ ਗਿਆ, ਇਹਨੇ ਬੜੇ ਉਦਮ ਕੀਤੇ ਨੇ, ਹਰੇਕ ਥਾਂ ਮੇਰੇ ਹੀ ਝੰਡੇ ਝੁੱਲਣ। ਬਸ ਸਵੇਰੇ ਮਨੁੱਖ ਉੱਠਦਾ ਇਸੇ ਕੰਪੀਟੀਸ਼ਨ 'ਚ ਲੱਗਿਆ ਹੋਇਆ। ਬਸ ਇਸ ਕੰਪੀਟੀਸ਼ਨ 'ਚ ਖਾਣਾ ਵੀ ਗਿਆ, ਸਿਹਤ ਵੀ ਖਰਾਬ ਹੋ ਗਈ, ਚਿੰਤਾਵਾਂ ਦੇ ਢੇਰ ਲੱਗ ਗਏ, ਹੋਰ ਕੁਝ ਮਿਲਿਆ ਹੀ ਨਹੀਂ। ਐਸਾ ਨਹੀਂ ਇਹਦੇ ਕੋਲ ਰੋਟੀ ਦੀ ਕਮੀ, ਰੋਟੀ ਤੇ ਵਾਧੂ ਹੈ ਮਨੁੱਖ ਦੇ ਕੋਲ, ਸਿਰਫ ਰੋਟੀ ਨਾਲ ਪੇਟ ਤੇ ਭਰ ਗਿਆ ਹੈ। ਮਨ ਦੇ ਵਿੱਚ ਤੇ ਪਤਾ ਨਹੀਂ ਗੁਵਾਰ ਹਵਾਵਾਂ ਚੱਲਦੀਆਂ ਨੇ ਵਿਕਾਰਾਂ ਦੀਆਂ। ਮਨੁੱਖ ਦੇ ਮਨ ਦੇ ਵਿੱਚ ਇੰਨੀ ਚੀਜ਼ ਭਰੀ ਹੋਈ ਹੈ, ਮਨੁੱਖਾਂ ਦੇ ਮਨ ਵਿੱਚ। ਜੇ ਮਨੁੱਖ ਕਿਤੇ ਪਰਮਾਤਮਾ ਜੋ ਜੋ ਮਨੁੱਖ ਮਨਾਂ ਵਿੱਚ ਸੋਚਦੇ ਪਏ ਨੇ ਸਾਰਾ ਕੁਝ ਪੂਰਾ ਕਰਨ ਲੱਗ ਜਾਏ, 1 ਸੈਕਿੰਡ ਵਿੱਚ ਦੁਨੀਆ ਬਰਬਾਦ ਹੋ ਜਾਏਗੀ ਸਾਰੀ, ਜਿੰਨਾ ਕੁਝ ਮਨੁੱਖ ਨੇ ਦਿਮਾਗ ਵਿੱਚ ਸੋਚ ਲਿਆ। ਹਰੇਕ ਮਨੁੱਖ ਦੀ ਇੱਛਾ ਹੈ ਮੇਰਾ ਰਾਜ, ਹਰੇਕ ਦੇ ਮਨੁੱਖ ਦੀ, ਇੱਕ ਦੀ ਨਹੀਂ, ਹਰੇਕ ਦੀ। ਹਰੇਕ ਮਨੁੱਖ ਦੀ ਇਹ ਇੱਛਾ ਹੈ ਮੇਰਾ ਜਿਹੜਾ ਰਾਜ ਹੈ ਮੰਗਲ ਗ੍ਰਹਿ ਤੋਂ ਲੈ ਕੇ ਸਾਰੇ ਬ੍ਰਹਮੰਡ ਤਾਈਂ ਚੱਲੇ। ਬਸ ਇਹ ਇੱਛਾ ਹੈ। ਪਹਿਲਾਂ ਤੇ ਆਪਣਾ ਰਾਜ ਘਰ ਵਿੱਚ ਚਲਾਉਣਾ ਚਾਹੁੰਦਾ, ਘਰ ਵਿੱਚ ਚੱਲ ਗਿਆ ਫਿਰ ਮਹੱਲੇ ਵਿੱਚ ਚਲਾਉਣਾ ਚਾਹੁੰਦਾ ਹੈ, ਮਹੱਲੇ 'ਚ ਚੱਲ ਗਿਆ ਫਿਰ ਸ਼ਹਿਰ ਵਿੱਚ ਚਲਾਉਣਾ ਚਾਹੁੰਦਾ ਹੈ, ਸ਼ਹਿਰ 'ਚੋਂ ਨਿਕਲਿਆ ਡਿਸਟ੍ਰਿਕਟ, ਫਿਰ ਸਟੇਟ, ਫਿਰ ਦੇਸ਼, ਫਿਰ ਵਰਲਡ, ਫਿਰ ਇੱਥੋਂ ਵੀ ਨਹੀਂ, ਫਿਰ ਹੁਣ ਮੰਗਲ ਗ੍ਰਹਿ ਤੇ ਵੀ ਕਬਜ਼ਾ ਕਰਨਾ ਹੈ। ਜਿਹੜਾ ਪਹਿਲਾਂ ਕਰੇਗਾ, ਹੁਣ ਦੇਸ਼ ਇਸ ਕੰਮ 'ਚ ਲੱਗ ਗਏ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨੁੱਖ ਅਸ਼ਾਂਤੀ ਦੇ ਮਾਰਗ ਤੇ ਤੁਰ ਪਿਆ, ਕਾਰਨ ਕਿ ਪਰਮਾਤਮਾ ਨੂੰ ਯਾਦ ਹੀ ਨਹੀਂ। ਉਹ ਹੈ ਕਿ ਨਹੀਂ ਹੈ ਇਹਦੇ ਬਾਰੇ ਕਦੇ ਵਿਚਾਰ ਹੀ ਨਹੀਂ ਕੀਤੀ। ਉਹ ਕਿੱਥੇ ਵਸਦਾ ਹੈ, ਕੋਈ ਹੈ ਕਿ ਨਹੀਂ ਹੈ ਦੁਨੀਆ ਨੂੰ ਚਲਾਉਣ ਵਾਲਾ। ਏਡਾ ਵੱਡਾ ਸਿਸਟਮ ਚੱਲਦਾ ਪਿਆ ਹੈ, ਸੂਰਜ ਆਪਣੀ ਡਿਊਟੀ ਨਿਭਾ ਰਿਹਾ, ਧਰਤੀ ਘੁੰਮੀ ਜਾਂਦੀ ਹੈ, ਤਾਰੇ ਚੜੇ ਹੋਏ ਨੇ, ਕਿਤੇ ਠੰਡ ਚੱਲ ਰਹੀ ਹੈ, ਕਿਤੇ ਗਰਮੀ ਚੱਲ ਰਹੀ ਹੈ। ਏਡਾ ਵੱਡਾ ਪ੍ਰੋਸੈਸ ਚੱਲ ਰਿਹਾ, ਕਿਤੇ ਐਵੇਂ ਹੀ ਚੱਲ ਰਿਹਾ ਹੈ। ਇੱਕ ਘਰ ਨਹੀਂ ਚੱਲਦਾ ਆਗੂ ਤੋਂ ਬਿਨਾਂ। ਇੱਕ ਘਰ ਹੋਏ ਨਾ ਮਨੁੱਖ ਦਾ, 5 ਜੀ ਹੋਣ, ਜੇ ਉਹਨਾਂ ਵਿੱਚ ਕੋਈ ਆਗੂ ਨਾ ਹੋਏ, ਇੱਕ ਘਰ ਨਹੀਂ ਚੱਲਦਾ। ਤੇ ਦੁਨੀਆ ਚੱਲ ਜਾਏਗੀ ਬਿਨਾਂ ਪਰਮਾਤਮਾ ਤੋਂ। ਇਸ ਦੇ ਪਿੱਛੇ ਪਰਮਾਤਮਾ ਹੈ। ਪਰ ਜਦੋਂ ਮਨੁੱਖ ਪਰਮਾਤਮਾ ਦੇ ਨਾਲ ਆਪਣੇ ਆਪ ਨੂੰ ਪਰਮਾਤਮਾ ਦਾ ਕੰਪੀਟੀਟਰ ਸਮਝ ਲੈਂਦਾ ਹੈ, ਉਸ ਦਿਨ ਮਨੁੱਖ ਅਸ਼ਾਂਤੀ ਦੇ ਮਾਰਗ ਤੇ ਤੁਰ ਪੈਂਦਾ ਹੈ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਮਹਾਰਾਜ ਸਾਹਿਬ ਕਹਿੰਦੇ ਨੇ, ਹੇ ਮਨੁੱਖ, ਬੇਨਤੀ ਕਰਦੇ ਨੇ, ਕਹਿੰਦੇ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ। ਹੇ ਪ੍ਰਮਾਤਮਾ, ਮੇਰੇ ਅੰਦਰ ਤੇ ਮੈਲ ਹੀ ਮੈਲ ਭਰੀ ਪਈ ਹੈ ਵਿਕਾਰਾਂ ਦੀ। ਪਤਾ ਨਹੀਂ ਕਿੰਨੇ ਕੁ ਵਿਕਾਰ ਨੇ। ਉਹ ਵੱਖਰੀ ਗੱਲ ਹੈ, ਕੋਈ ਮਨੁੱਖ ਆਪਣੇ ਆਪ ਨੂੰ ਵਿਕਾਰੀ ਕਹਿੰਦਾ ਨਹੀਂ ਹੈ, ਉਹ ਵੱਖਰੀ ਗੱਲ ਹੈ। ਪਰ ਜਿਸ ਦਿਨ ਕਿਤੇ ਮਨੁੱਖ ਨੂੰ ਆਪਣੇ ਮਨ ਦੀ ਸਮਝ ਪੈਂਦੀ ਹੈ, ਆਪਣੇ ਮਨ ਨੂੰ ਵੇਖਣ ਲੱਗ ਜਾਏ, ਫਿਰ 1-1 ਸੈਕਿੰਡ ਇਹ ਪਾਪ ਹੀ ਕਮਾ ਰਿਹਾ, ਹੋਰ ਕੁਝ ਕਰ ਹੀ ਨਹੀਂ ਰਿਹਾ। ਫਿਰ ਜਿਵੇਂ ਜਿਵੇਂ ਪਾਪਾਂ ਦਾ ਮੈਲ ਵੱਧਦੀ ਜਾਂਦੀ ਹੈ, ਸੰਸਕਾਰ ਮਾੜੇ ਹੁੰਦੇ ਜਾਂਦੇ ਨੇ, ਮਨੁੱਖ ਦੀ ਬੁੱਧੀ ਕੰਮ ਕਰਨਾ ਬੰਦ ਕਰ ਦਿੰਦੀ ਹੈ, ਨਿਰਮਲ ਬੁੱਧੀ ਖਤਮ ਹੋ ਜਾਂਦੀ ਹੈ। ਫਿਰ ਦੁਨੀਆ ਦੇ ਵਿੱਚ ਅਰਾਜਕਤਾ ਫੈਲਦੀ ਹੈ, ਮਨੁੱਖ ਇੱਕ ਦੂਜੇ ਨੂੰ ਪਸੰਦ ਨਹੀਂ ਕਰਦਾ, ਭਰਾ ਭਰਾ ਦੇ ਨਾਲ ਦਗੇਬਾਜ਼ੀ ਸ਼ੁਰੂ ਕਰ ਦਿੰਦਾ ਹੈ, ਇੱਕ ਦੇਸ਼ ਦੂਜੇ ਦੇਸ਼ ਨਾਲ ਦਗੇਬਾਜ਼ੀ ਸ਼ੁਰੂ ਕਰ ਦਿੰਦਾ ਹੈ। ਕਦੋਂ ਹੁੰਦਾ ਹੈ? ਜਦੋਂ ਮਨੁੱਖ ਦੇ ਅੰਦਰ ਮੈਲ ਹੀ ਮੈਲ ਭਰ ਜਾਂਦੀ ਹੈ। ਜਿਵੇਂ ਸੰਸਕਾਰ ਮਾੜੇ ਹੋਣਗੇ, ਮਨੁੱਖ ਦੇ ਅੰਦਰ ਮੈਲ ਭਰ ਜਾਏਗੀ, ਉਹਦਾ ਇੱਕੋ ਇੱਕ ਹੀ ਲੱਛਣ ਹੈ, ਮਨੁੱਖ ਕ੍ਰੋਧੀ ਹੋ ਜਾਏਗਾ, ਮਨੁੱਖ ਲੋਭੀ ਹੋ ਜਾਏਗਾ। ਅਤ ਦਰਜੇ ਦਾ ਕ੍ਰੋਧੀ, ਅਤ ਦਰਜੇ ਦਾ ਲੋਭੀ। ਮੈਨੂੰ ਯਾਦ ਆਉਂਦਾ ਹੈ, ਲੁਕਮਾਨ ਇੱਕ
बड़ा वड्डा हकीम होया है। लुकमान हकीम नूं किसी ने पूछया, तू दुनिया दे विच आ चज आचार कित्थों सीखे ने, आ जिंदगी चलाउणी कित्थों सीखी है? वो कहंदा मैं अपनी जिंदगी चलाउणी एक अंधे तो सीखी है। कहंदे अन्ने मनुखे तो तू जिंदगी किवें सीख लई? कहंदे मैं अंधे तो यह सीखिया है, अंधा जदों भी चलदा है पहला डंडा मार के अगे जमीन चैक करदा अगे किते खड्डा तो नहीं है। जिन्नी सतर्कता दे विच अंधा हुंदा है वो कदे भी ठेडा नहीं खाएगा। अंधा मनो अखां वाले खा जाते हैं। कारण की है? अंधा सतर्क है, पहला डंडे दे नाल जमीन चैक करदा है। कहंदे उस तो मैं ये सीखिया जिंदगी विच कोई भी काम करो पहला उहदे बारे विचार करो, कोई भी गल किसी के सामने करो पहला उहदे बारे विचार करो, पहला बारे उहदे बारे समझो ये गल मैं कहण लग्या ये ठीक भी है कि नहीं है। मैं जिंदगी दे विच आ कर्म करन लग्या, ये कर्म मेरी जिंदगी दे विच की मोड़ लैके आएगा, ये बारे विचार तो कर पहला। कहंदा ये मैं एक अंधे मनुख तो सीखिया, तां करके मैं लुकमान हकीम बन गया, क्योंकि विचार कर करके समझ के। जदों तई मनुख अपनी जिंदगी नूं पशुआं की तरह बसर कर रहे है, पशु कदे विचार नहीं करते, परां शिकार वेख्या उधर नूं भज के, उधर वेख्या उधर भज पे, ये पशुआं वाली जिंदगी है। मनुखी जिंदगी विचार की जिंदगी है। मेरी जिंदगी किहड़े तरीके नाल चल रही है उहदे बारे विचार की जाए कि मेरी दिशा ठीक है। अज जिंदगी दे विच मेरे परिवार की दशा खराब है, इस दशा के पिछे कारण की ने, कि पता मेरी दिशा गलत होए। क्योंकि जदों मनुख की दिशा भटक जाती है दशा अपने आप ही खराब हो जाती है। जदों परमात्मा की दिशा तो मनुख भटक जाता है नाल दी नाल दशा खराब हो जाती है। दशा अपने आप ही खराब होंदी ही जाती है, एकदम तो नहीं होएगी, हौली हौली हुंदी जाएगी। इस करके मनुख के अंदर वकार ते पाप भरे हुए ने, पर बाणी कहती मनदा ते नहीं है। पाप करे कर मुकर पावै, भेख करे निर्बानै। पाप भी करदा है मुकर भी जाता है, रोज रोज पाप भी करदा है, रोज रोज करदा भी है, करके मुकरदा है। अक्सर एक गल याद रखना साध संगत, उवें तो मनुख कह दिंदा है असीं ते सब तो माड़े हाँ, अक्सर कह दिंदा है मैं तो सब तो माड़ा हाँ। पर जे किते चार बंदियां चों कह दिता तेरे तो माड़ा तो कोई है ही नहीं, नाल गलवे नूं आ जांदा, गल फड़ लैंदा नाल। उवें तो कह दिंदा है मेरे वर्गा लोभी कोई नहीं। ਇਹਦੇ ਵਿੱਚ ਕਹਿਣ ਪਿੱਛੇ ਵੀ ਉਹਦਾ ਆਪਣਾ ਲੋਭ ਹੈ ਵੀ ਲੋਕੀ ਮੈਨੂੰ ਚੰਗਾ ਕਹਿਣ, ਇਹਦੇ ਪਿੱਛੇ ਵੀ। ਮੈਨੂੰ ਮਸਕੀਨ ਜੀ ਦੀ ਗੱਲ ਯਾਦ ਆਉਂਦੀ ਹੈ। ਕਹਿੰਦੇ ਮੈਂ ਸ਼ੀਸ਼ਗੰਜ ਸਾਹਿਬ ਕਥਾ ਕਰਿਆ ਕਰਦਾ ਸੀ, ਇੱਕ ਮਨੁੱਖ ਨੇ ਮੈਨੂੰ ਰੋਜ਼ ਹੀ ਆ ਕੇ ਕਹਿਣਾ ਮਸਕੀਨ ਜੀ ਮੈਂ ਤੇ ਸੰਗਤ ਦੇ ਚਰਨਾਂ ਦੀ ਧੂੜ ਆ, ਰੋਜ਼ ਹੀ ਕਹਿਣਾ। ਕਹਿੰਦੇ ਮੈਂ ਰੋਜ਼ ਉਹ ਤੋਂ ਸੁਣ ਲੈਣਾ। ਇੱਕ ਦਿਨ ਉਹਨੇ ਫਿਰ ਕਿਹਾ 10 ਲੋਕਾਂ 'ਚ ਮਸਕੀਨ ਜੀ ਮੈਂ ਸੰਗਤ ਦੇ ਚਰਨਾਂ ਦੀ ਧੂੜ ਆ। ਕਹਿੰਦੇ ਮੈਂ ਉਹਨੂੰ ਕਹਿ ਦਿੱਤਾ तू धूड़ तो वध है भी कुछ नहीं। कहते यकीन करना 10 दिन तो मेरे नाल बोलिया ही नहीं। कहते तुसीं मैनूं ये गल क्यों कहती? कहते मैं उन्होंने कहा मैं नहीं कही, तू आप ही तो मैनूं कहंदा सी मैं चरना की धूड़ हाँ, तो मैं यही तो कहा तू धूड़ तो वध है भी कख नहीं। हंकार ते सट वजी नाल ही। इस करके साध संगत ये गल याद रखना, मनुख अपनी जिंदगी दे विच भावें विकारां विच ग्रसिया होया है पर यह मनदा नहीं है। तो जदों तक मनुख मनेगा नहीं इलाज संभव ही नहीं होना। डॉक्टरां दी भाषा कहती है पहला मनुख अपने आप की बीमारी नूं मन्ने, मेरे शरीर च हरकत है। जदों हरकत मनेगा डॉक्टर उसका इलाज कर पाएगा। जदों तक मनुख अपने अंदर मनदा ही नहीं मैनूं कुछ है, उसका इलाज संभव ही नहीं है। इलाज तो उस मनुख का हो सकता है जिहड़ा ये मन ले मेरे अंदर कोई दिक्कत है, तां ही सतसंगत में आएगा। अज याद रखना वड्डे वड्डे मंदिरां दे विच, गुरुद्वारियां गिरजा घरां दे विच, वड्डियां वड्डियां मस्जिदां दे विच लोकां दी भीड़ नहीं है, संगत नहीं है। कारण की है? हरेक मनुख ये समझ बैठा है मैनूं इस चीज़ की जरूरत ही नहीं है। ये समझ बैठा है, सीधा पता लगता है मनुख ये समझ बैठा है मैनूं जरूरत नहीं है। तुहानूं जरूरत वेखो, जरूरत लगती है सिनेमा की, सिनेमा घरां विच भीड़ है, वड्डियां वड्डियां बाज़ारां दे विच भीड़ है। क्यों? मनुख नूं लगदा है मेरी जरूरत ये है।
ਜਿਸ ਚੀਜ਼ ਦੀ ਮਨੁੱਖ ਨੂੰ ਜ਼ਰੂਰਤ ਲੱਗ ਰਹੀ, ਵੱਡੇ ਵੱਡੇ ਰੈਸਟੋਰੈਂਟ ਨੇ, ਭੀੜਾਂ ਲੱਗੀਆਂ ਨੇ, ਕਿਉਂ? ਮਨੁੱਖ ਨੂੰ ਲੱਗਦਾ ਖਾਣਾ ਹੀ ਮੇਰੀ ਜ਼ਰੂਰਤ ਹੈ, ਪਾਉਣਾ ਹੀ ਮੇਰੀ ਜ਼ਰੂਰਤ ਹੈ, ਵੇਖਣਾ ਹੀ ਮੇਰੀ ਜ਼ਰੂਰਤ ਹੈ, ਸਤ ਸੰਗਤ ਵਿੱਚ ਬਹਿਣਾ ਮੇਰੀ ਜ਼ਰੂਰਤ ਨਹੀਂ ਹੈ। ਪਰ ਮਹਾਰਾਜ ਕਹਿੰਦੇ ਮੈਲ ਵਿੱਚ ਮਨੁੱਖ ਦਾ ਮਨ ਭਰਿਆ ਹੋਇਆ ਹੈ, ਔਰ ਅੱਜ ਦਾ ਨਹੀਂ, ਕਈ ਜਨਮਾਂ ਤੋਂ ਲੱਗਿਆ ਹੋਇਆ ਇਸੇ ਕੰਮ ਵਿੱਚ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੂ। ਕਾਲਾ ਸ਼ਾਹ ਹੋ ਗਿਆ ਹੈ, ਬੜੇ ਬੜੇ ਜਿੰਨੀਆਂ ਜੂਨਾਂ ਦੇ ਵਿੱਚੋਂ ਲੰਘ ਕੇ ਆਇਆ ਹੈ, ਉਨੇ ਸੰਸਕਾਰ ਇਹਦੇ ਤੇ ਉਕਰੇ ਹੋਏ ਨੇ। ਮਨੁੱਖ ਜਿੰਨੀਆਂ ਜੂਨਾਂ ਵਿੱਚੋਂ ਲੰਘ ਕੇ ਆਇਆ ਹੈ, ਉਨੇ ਸੰਸਕਾਰ ਇਹਦੇ ਤੇ ਹੈਗੇ ਨੇ। ਉਹ ਸੰਸਕਾਰ ਹੀ ਤੇ ਇਹਨੂੰ ਪ੍ਰਭਾਵਿਤ ਕਰਦੇ ਨੇ, ਉਹ ਸੰਸਕਾਰ ਹੀ ਤੇ ਵਿਚਾਰਨ ਦੀ ਸ਼ਕਤੀ ਖਤਮ ਕਰਦੇ ਨੇ। ਪਰ ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ, ਪਰਮਾਤਮਾ ਦੀ ਵਿਚਾਰ ਕਰਦਾ ਹੈ, ਇਸ ਦੀ ਜਿਹੜੀ ਬੁੱਧੀ ਉਹ ਪਾਪਾਂ ਦੇ ਬੰਨੋਂ ਹਟ ਕੇ ਨਿਰਮਲ ਹੋਣੀ ਸ਼ੁਰੂ ਹੁੰਦੀ ਹੈ, ਵਿਚਾਰਸ਼ੀਲ ਬਣਨੀ ਆਰੰਭ ਹੋ ਜਾਂਦੀ ਹੈ। ਤੀਰਥ 68 ਮੱਚਣ ਨਾਈ। ਇਹ ਕਹਿੰਦੇ ਨੇ ਮਹਾਰਾਜ, ਕਹਿੰਦੇ ਜਦੋਂ ਸਤ ਸੰਗਤ ਦੀ ਧੂੜ ਹੀ ਮੈਨੂੰ ਮਿਲ ਗਈ, ਭਾਵ ਸਤ ਸੰਗਤ ਹੀ ਮੈਨੂੰ ਮਿਲ ਗਈ, ਫਿਰ ਇਵੇਂ ਸਮਝੋ ਜਿਵੇਂ ਮੈਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਸਤ ਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ ਰਹਾਉ। ਜਦੋਂ ਸਤ ਸੰਗਤ ਦੀ ਧੂੜ, ਸਤ ਸੰਗਤ ਦਾ ਗਿਆਨ ਮੇਰੀਆਂ ਅੱਖਾਂ ਦੇ ਵਿੱਚ ਪਿਆ, ਉਹਨੇ ਮੇਰੇ ਅੰਦਰ ਦੀ ਦੁਰਮਤ ਤੇ ਮੈਲ ਗਵਾ ਦਿੱਤੀ। ਜਿਸ ਦਿਨ ਚੰਗੇ ਬਚਨ ਅੰਦਰ ਗਏ, ਜਿਸ ਦਿਨ ਸਚਾਈ ਅੰਦਰ ਗਈ, ਝੂਠ ਆਪਣੇ ਆਪ ਹੀ ਚਲਾ ਗਿਆ। ਹੁਣ ਇੱਕ ਗੱਲ ਕਹਿੰਦੇ ਨੇ, ਰੱਬ ਦੀ ਦਰਗਾਹ ਦੇ ਵਿੱਚ ਸੂਰਜ ਦਾ, ਅੰਧੇਰੇ ਦਾ ਤੇ ਚਾਨਣ ਦੀ ਲੜਾਈ ਹੋ ਗਈ। ਅੰਧੇਰਾ ਪ੍ਰਮਾਤਮਾ ਨੂੰ ਕਹਿੰਦਾ ਹੈ, ਪਤਾ ਨਹੀਂ ਚਾਨਣ ਨੇ ਮੇਰੇ ਨਾਲ ਕੀ ਲੜਾਈ ਕੀਤੀ ਹੈ, ਜਿੱਥੇ ਵੀ ਮੈਂ ਜਾਣਾ ਇਹ ਪਿੱਛੇ ਪਿੱਛੇ ਆ ਜਾਂਦਾ ਹੈ ਤੇ ਮੈਨੂੰ ਖਤਮ ਕਰ ਦਿੰਦਾ ਹੈ। ਪ੍ਰਕਾਸ਼ ਕਹਿੰਦਾ ਹੈ ਪਰਮਾਤਮਾ ਕਹਿੰਦਾ ਤੂੰ ਕਿਉਂ ਇਹਦੇ ਪਿੱਛੇ ਪਿਆ? ਉਹ ਕਹਿੰਦਾ ਮੈਂ ਤੇ ਅੰਧੇਰਾ ਕਦੇ ਵੇਖਿਆ ਹੀ ਨਹੀਂ, ਅੰਧੇਰਾ ਹੁੰਦੀ ਕੀ ਚੀਜ਼ ਹੈ? ਅੰਧੇਰਾ ਕਹਿੰਦਾ ਝੂਠ ਬੋਲਦਾ। ਪ੍ਰਕਾਸ਼ ਕਹਿੰਦਾ ਨਹੀਂ, ਮੈਂ ਤੇ ਤੈਨੂੰ ਵੇਖਿਆ ਹੀ ਨਹੀਂ, ਜਿੱਥੇ ਮੈਂ ਜਾਣਾ ਅੰਧੇਰਾ ਵੈਸੇ ਹੀ ਖਤਮ ਹੋ ਜਾਂਦਾ ਹੈ। ਜਿੱਥੇ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ, ਮਾੜੀਆਂ ਆਦਤਾਂ ਵੈਸੇ ਹੀ ਖਤਮ ਹੋ ਜਾਂਦੀਆਂ ਨੇ। ਉੱਥੇ ਜਿੱਥੇ ਪਰਮਾਤਮਾ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਮਨੁੱਖ ਦੀ ਵੇਖਣੀ ਬਦਲ ਜਾਂਦੀ ਹੈ, ਜ਼ਿੰਦਗੀ ਸਹਿਜ ਵਿੱਚ ਆ ਜਾਂਦੀ ਹੈ। ਹਜੇ ਤੇ ਮਨੁੱਖ ਦੇ ਪੈਰ ਧਰਤੀ ਤੇ ਹੀ ਨਹੀਂ ਲੱਗਦੇ, ਕਿਉਂ? ਆਸ਼ਾਵਾਂ ਹੀ ਇੰਨੀਆਂ ਨੇ। ਹਜੇ ਤੇ ਮਨੁੱਖ ਆਕਾਸ਼ ਦੇ ਵਿੱਚ ਉੱਡ ਰਿਹਾ ਹੈ, ਹਜੇ ਤੇ ਪੈਰ ਧਰਤੀ ਦੇ ਹਨ। ਆਪਣੇ ਵਜੂਦ ਦਾ ਨਹੀਂ ਪਤਾ ਮਨੁੱਖ ਨੂੰ, ਤੂੰ ਕੀ ਹੈ। ਜਦੋਂ ਤਾਈਂ ਆਪਣੇ ਵਜੂਦ ਦਾ ਹੀ ਨਹੀਂ ਪਤਾ, ਬਾਣੀ ਤੈਨੂੰ ਵਜੂਦ ਯਾਦ ਕਰਾਉਂਦੀ ਹੈ। ਮਹਾਰਾਜ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੂੰ ਹੈ ਕੀ ਹੈ? ਇੱਕ ਮਿੱਟੀ ਦੀ ਬੂੰਦ ਤੋਂ ਤੂੰ ਤਿਆਰ ਹੋਇਆ। ਕਦੇ ਐਸਾ ਸੀ ਤੂੰ 2 ਮਹੀਨਿਆਂ ਦਾ ਸੀ, ਪਤਾ ਨਹੀਂ ਸੀ ਬੀਬੀ ਹੈ ਕਿ ਭਾਈ ਹੈ, ਨਾ ਖਾਣ ਦਾ ਪਿਤਾ, ਨਾ ਪੀਣ ਦਾ ਪਤਾ, ਕਿੱਥੇ ਰਹਿਣਾ, ਬਹਿਣ ਖਲੋਣ ਦਾ ਹੀ ਨਹੀਂ ਸੀ ਪਤਾ। ਉਹੀ ਤੇ ਤੂੰ ਹੈ। ਆਪਣੀ ਔਕਾਤ ਤੇ ਚੇਤੇ ਕਰ। ਜੇ ਇੱਡਾ ਤੂੰ ਕਮਾਉਣ ਵਾਲਾ ਸੀ, ਫਿਰ ਉਸ ਦਿਨ ਕਮਾਉਂਦਾ ਜਿਸ ਦਿਨ 2 ਮਹੀਨਿਆਂ ਦਾ ਸੀ। ਉਸ ਦਿਨ ਤੇ ਕਮਾ ਨਾ ਸਕਿਆ। ਪਰਮਾਤਮਾ ਨੇ ਤੇਰੇ ਆਉਣ ਤੋਂ ਪਹਿਲਾਂ ਤੇਰੇ ਦੁੱਧ ਦਾ ਪ੍ਰਬੰਧ ਪਰਮਾਤਮਾ ਨੇ ਦੁਨੀਆ ਤੇ ਕੀਤਾ ਹੋਇਆ ਸੀ। ਜਿੱਡੀ ਵੱਡੀ ਮੈਨੇਜਮੈਂਟ ਪਰਮਾਤਮਾ ਦੀ ਹੈ ਨਾ ਸਾਧ ਸੰਗਤ, ਇੱਡੀ ਵੱਡੀ ਮੈਨੇਜਮੈਂਟ ਅੱਜ ਦਿਨ ਦੁਨੀਆ ਤੇ ਕਿਸੇ ਦੀ ਹੋਈ ਨਹੀਂ। ਜੀਵ ਦੁਨੀਆ ਵਿੱਚ ਬਾਅਦ ਵਿੱਚ ਆਉਂਦੇ ਨੇ, ਰੋਟੀ ਪਹਿਲਾਂ ਆ ਜਾਂਦੀ ਹੈ ਦੁਨੀਆ ਤੇ। ਮਹਾਰਾਜ ਬਾਣੀ ਦੇ ਵਿੱਚ ਇਹ ਗੱਲ ਕਹਿੰਦੇ ਨੇ, ਕਹਿੰਦੇ ਪਹਿਲੇ ਦੇਤੇ ਰਿਜਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਪਰਮਾਤਮਾ ਮਾਤਾ ਦੇ ਅਸਥਾਨਾਂ ਦੇ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ, ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ। ਮਨੁੱਖ ਦੇ ਦੁੱਧ ਪੀਣ ਦਾ ਪ੍ਰਬੰਧ ਪਰਮਾਤਮਾ ਪਹਿਲਾਂ ਕਰਦੇ। ਇਹਨੂੰ ਪਤਾ ਇਹਦੇ ਦੰਦ ਨਹੀਂ ਹੈ, ਜੇ ਦੰਦ ਨਹੀਂ ਫਿਰ ਇਹਨੂੰ ਦੁੱਧ ਚਾਹੀਦਾ। ਦੁੱਧ ਦਾ ਪ੍ਰਬੰਧ ਪਹਿਲਾਂ ਹੈ। ਪਰ ਹੁਣ ਮਨੁੱਖ ਪਰਮਾਤਮਾ ਨੂੰ ਹੀ ਭੁੱਲ ਗਿਆ, ਜਿਹਨੇ ਉਦੋਂ ਦੁੱਧ ਦੇ ਦਿੱਤਾ ਕਿ ਅੱਜ ਜ਼ਿੰਦਗੀ ਵਿੱਚ ਰੋਟੀਆਂ ਨਹੀਂ ਦੇਗਾ। ਮੈਂ ਕਈ ਵਾਰੀ ਸਾਧ ਸੰਗਤ ਦੀ ਗੱਲ ਕਹਿਣਾ ਹੁੰਨਾ, ਆਪਣੀ ਜ਼ਿੰਦਗੀ ਦੇ 5 ਸਾਲ ਪਿੱਛੇ ਜਾਓ। ਜੋ ਕੁਝ ਸੋਚਦੇ ਹੁੰਦੇ ਸੀ ਵੀ 5 ਸਾਲ ਬਾਅਦ ਇਹ ਚੀਜ਼ਾਂ ਹੋਣਗੀਆਂ, ਕਿ ਉਹ ਸਾਰੀਆਂ ਹੋ ਗਈਆਂ ਨੇ? ਨਹੀਂ ਹੋਈਆਂ। ਬਹੁਤ ਕੁਝ ਐਸਾ ਹੋ ਗਿਆ ਜਿਹੜਾ ਸੋਚਿਆ ਹੀ ਨਹੀਂ ਸੀ।
और आने वाले 5 सालों बाद भी बहुत कुछ ऐसा जिंदगी च होने वाला है जिहड़ा सानू पता भी नहीं है। बहुत कुछ जिंदगी च ऐसा होने वाला है, भावें मनुख अपनी जिंदगी विच अपने आप को सोचता है मेरे तो बिना जिंदगी चलनी नहीं। मैनूं गुरु गोबिंद सिंह महाराज जी के टाइम की गल याद आउंदी। एक सिख महाराज के दर्शनां नूं गया, उत्थे जाके महाराज कहते तू इत्थे ही बाणी पढ़िया कर, फिर घर चले। कहते महाराज मेरा घर है, पिछे बच्चे ने भुखे मर जाणगे। महाराज कहते नहीं, तेरे तेरे खवाया कोई नहीं खा रहा, किसी ने भुखा नहीं मरना, तू इत्थे ही रह। वो नहीं आया, पिंड सबना दे विच ते परमात्मा ही वसदा है। लोकी कहंदे ने बड़े दिन हो गया सी आया नहीं, मीह पैण वाले ने, कोठे दे कच्चे ने, सारे पिंड दे रब ने तरस पाया, इकट्ठे होए दे मकान ही बना दो। सारे ने छत पा दी। कहंदे बच्चे छोटे छोटे ने, इनू दुध ही मझ ही दे दो, कोई मझ दे दी। सारे ने इकट्ठे होकर चौल आटा दाना सारा दे दिता। सारे हुण पिछों आनंद माणदे ने, प्यो घर नहीं है। साल के बाद महाराज नूं कहंदा महाराज मैं जाई आवां, पता नहीं भुखे मर गए होणगे, पता ले ला। मार कहंदे जा बई। जाके वेखदा है, दूरों वेखदा भी लगदा मेरा घर भी लोकां ढा दिता है। पिछों छोटा बच्चा निकलिया, दूरों वेख के पिता नूं वेख के परेशान जा हो गया। माता कहंदी की गल होई? कहंदे पिता आ गया। कहंदे खुश हो? कहंदे माता जदों इत्थे रहिंदा सी भुखे मरदे सी, गया होया सी पिछों में किड्डा कुछ लगे है। वो कहंदा मेरी अकल ही छोटी सी, मैं समझ रहा सी दुनिया मेरे चलाया चलदी है, दुनिया मेरे चलाया नहीं चलदी। साध संगत ਜਿਹੜੇ दुनिया ते राज करते हुंदे सी, अज तो बड़े साल पहला कहंदे हुंदे सी असीं चले जावांगे, शायद दुनिया रोकी जाएगी। आ जो कि शमशान घाटां विच पए होए ने, दुनिया उवें ही अपने रंग विच तुरी फिरदी है। इस करके महाराज साहब कहंदे ने जिस दिन मनुख दे नेत्रां दे विच गुरु दा ज्ञान पैंदा है, इनू समझ पैंदी है, दे मन दे विच इनू पता लग जांदा है, अपनी होमे इस दी दूर हो जाती है। जाहर नवी तपै भागीरथ आनी, जाहर नवी तपै भागीरथ आनी, केदार थाप्यो महसाई। महाराज कहंदे भाई तुसीं कहंदे हो तीर्थ वड्डे ने, पर याद रखो जिहड़ी गंगा सी ਉਹਨੂੰ ਤੇ ਵੱਡੇ ਤਪੀਸਰ ਭਗੀਰਥ ਨੇ ਲੈ ਕੇ ਆਂਦਾ ਸੀ ਦੁਨੀਆ ਤੇ, ਫਿਰ ਵੱਡਾ ਤੇ ਭਗੀਰਥ ਹੋਇਆ ਨਾ। ਇਹਦਾ ਮਤਲਬ ਬੰਦਗੀ ਕਰਨ ਵਾਲਾ ਵੱਡਾ ਹੈ, ਤੀਰਥ ਵੱਡਾ ਨਹੀਂ ਹੈ। ਜਿਹਨੇ ਬੰਦਗੀ ਕਰਕੇ ਤੀਰਥ ਨੂੰ ਪ੍ਰਗਟ ਕੀਤਾ ਹੈ ਉਹ ਵੱਡਾ ਹੈ। ਕਹਿੰਦੇ ਕੇਦਾਰਨਾਥ ਨੂੰ ਤੁਸੀਂ ਵੱਡਾ ਕਹਿੰਦੇ ਹੋ, ਨਹੀਂ, ਕੇਦਾਰਨਾਥ ਵੱਡਾ ਨਹੀਂ, ਕੇਦਾਰਨਾਥ ਨੂੰ ਥਾਪਣ ਵਾਲੇ ਸ਼ਿਵ ਜੀ ਹਨ, ਕਿਉਂਕਿ ਉਹਨਾਂ ਨੇ ਬੰਦਗੀ ਕੀਤੀ ਤਾਂ ਹੀ ਕਰਕੇ ਤੇ ਕੇਦਾਰਨਾਥ ਤੀਰਥ ਬਣਿਆ ਹੈ। कांसी कृष्ण चरावत गाँव मिल, हर जन शोभा पाई। ਕਹਿੰਦੇ ਕ੍ਰਿਸ਼ਨ ਜੀ ਬਨਾਰਸ ਦੇ ਵਿੱਚ ਗਊਆਂ ਚਾਰਦੇ ਨੇ, ਤੇ ਤਾਂ ਹੀ ਤੇ ਕਰਕੇ ਕ੍ਰਿਸ਼ਨ ਜੀ ਗਊਆਂ ਚਾਰਦੇ ਨੇ, ਤਾਂ ਹੀ ਕਰਕੇ ਤੇ ਉਹ ਜਿਹੜਾ ਤੀਰਥ ਹੈ ਪ੍ਰਗਟ ਹੋਇਆ, ਤਾਂ ਹੀ ਕਰਕੇ ਉਹ ਤੀਰਥ ਵੱਡਾ ਬਣਿਆ ਹੈ। जितने तीरथ देवी थापे, सब तितने लोचन लोचै, धूर साधु की ताई। ਮਹਾਰਾਜ ਕਹਿੰਦੇ ਜਿੰਨੇ ਵੀ ਤੀਰਥ ਥਾਪੇ ਹੋਏ ਨੇ, ਸਾਰੇ ਤੀਰਥ ਸਾਧੂਆਂ ਦੀ ਧੂਰ ਨੂੰ ਲੋਚਦੇ ਨੇ, ਕਿਉਂਕਿ ਜਦੋਂ ਵੀ ਸਾਧੂ ਜਿੱਥੇ ਜਾਂਦੇ ਨੇ, ਬਾਣੀ ਕਹਿੰਦੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿੱਥੇ ਵੀ ਜਾ ਕੇ ਸਾਧੂ ਜਨ ਬੈਠਦੇ ਨੇ, ਜਿਹੜੀਆਂ ਥਾਵਾਂ ਤੇ ਵੀ ਬੈਠਦੇ ਨੇ, ਉਹ ਥਾਂ ਪਵਿੱਤਰ ਹੋ ਜਾਂਦੇ ਨੇ। ਭਾਵੇਂ ਅੱਜ ਦੇ ਸਮੇਂ ਵਿੱਚ ਮਨੁੱਖ ਵਿੱਚ ਸ਼ੰਕਾ ਹੈ, ਪਰ ਬਾਣੀ ਤੇ ਕਹਿੰਦੀ ਹੈ ਜਿਹੜੀ ਥਾਂ ਤੇ ਸਾਧੂ ਪੈਰ ਰੱਖ ਦਿੰਦੇ ਨੇ, ਉਸ ਧਰਤੀ ਨੂੰ ਵੀ ਚਾਰਜ ਕਰ ਦਿੰਦੇ ਨੇ। ਅੱਜ ਦੀ ਸਾਇੰਟੀਫਿਕ ਬੋਲੀ 'ਚ ਇਹਨੂੰ ਐਵੇਂ ਕਿਹਾ ਜਾਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਜਿੱਥੇ ਵੀ ਸਾਧੂ ਸੰਤ ਜਾਂਦੇ ਹਨ, ਉਹ ਥਾਂ ਪਵਿੱਤਰ ਬਣ ਜਾਂਦੇ ਹਨ। जितने तीरथ देवी थापे, सब तितने लोचै, धूर साधु की ताई। ਸਾਰੇ ਤੀਰਥ ਸਾਧੂਆਂ ਦੀ ਧੂਰੀ ਨੂੰ ਲੋਚਦੇ ਹਨ। हर का संत मिलै गुर साधु, लै तिस की धूर मुख लाई। ਹਰੀ ਦਾ ਸੰਤ ਗੁਰੂ ਸਾਧੂ ਮੈਨੂੰ ਮਿਲ ਜਾਏ, ਉਸ ਦੀ ਧੂਰ ਮੈਂ ਆਪਣੇ ਮੁੱਖ ਮਸਤਕ ਤੇ ਲਾਵਾਂ, ਜਿਸ ਦੇ ਨਾਲ ਜ਼ਿੰਦਗੀ ਵਿੱਚ ਬਦਲਾਅ ਆਏ,
ਜ਼ਿੰਦਗੀ ਵਿੱਚ ਆਨੰਦ ਆਏ, ਜ਼ਿੰਦਗੀ ਵਿੱਚ ਖੇੜਾ ਮਹਿਸੂਸ ਹੋਏ। जितनी सृष्ट तुमरी मेरे स्वामी, सब तितनी लोचै धूर साधु की ताई। ਮਹਾਰਾਜ ਗੁਰੂ ਰਾਮਦਾਸ ਜੀ ਅੰਤ ਵਿੱਚ ਕਹਿੰਦੇ ਨੇ, ਹੇ ਪ੍ਰਮਾਤਮਾ, ਜਿੰਨੀ ਵੀ ਤੂੰ ਸ੍ਰਿਸ਼ਟੀ ਸਾਜੀ ਹੋਈ ਹੈ, ਤੇਰੀ ਸਾਰੀ ਸ੍ਰਿਸ਼ਟੀ ਹੀ ਜਿਹੜੇ ਮਨੁੱਖ ਪਰਮਾਤਮਾ ਦੇ ਵਿੱਚ ਜੁੜ ਗਏ ਨੇ, ਉਹਦੇ ਵਿੱਚ ਲੀਨ ਹੋ ਗਏ ਨੇ, ਜਿਨ੍ਹਾਂ ਦੇ ਵਿੱਚ ਔਰ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਿਹਾ, ਉਹਨਾਂ ਦੀ ਧੂਰ ਨੂੰ ਸਾਰੇ ਹੀ ਲੋਚਦੇ ਹਨ। ਨਾਨਕ ਲੈ ਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਪਰ ਜਿਸ ਦੇ ਮਸਤਕ ਤੇ ਲੇਖ ਲਿਖੇ ਹੁੰਦੇ ਨੇ, ਉਸ ਨੂੰ ਸਤ ਸੰਗਤ ਦੀ ਧੂਰੀ ਪ੍ਰਾਪਤ ਹੁੰਦੀ ਹੈ, ਉਸ ਦੀ ਜ਼ਿੰਦਗੀ ਜਿਹੜੀ ਬਦਲ ਜਾਂਦੀ ਹੈ। ਸਾਧ ਸੰਗਤ ਯਾਦ ਰੱਖਣਾ, ਆਪਾਂ ਕਈ ਵਾਰੀ ਕਹਿੰਦੇ ਆ ਮਨੁੱਖ ਫਲਾਣਾ ਸਤ ਸੰਗਤ ਵਿੱਚ ਆਇਆ ਨਹੀਂ, ਗੁਰਬਾਣੀ ਕਹਿੰਦੀ ਆਇਆ ਨਹੀਂ, ਜਿਹੜਾ ਸਤ ਸੰਗਤ ਵਿੱਚ ਆ ਕੇ ਬੈਠਿਆ ਉਹਦੇ ਭਾਗ ਵੱਡੇ ਨੇ ਤਾਂ ਬੈਠਿਆ, ਐਵੇਂ ਨਹੀਂ ਬੈਠ ਸਕਦਾ। ਇਹ ਕੋਈ ਪਿਛਲਾ ਕਰਮ ਹੈ, ਜਦੋਂ ਕੋਈ ਸੱਚਾਈ ਗੱਲ ਕੰਨਾਂ ਵਿੱਚ ਸੁਣਨ ਨੂੰ ਪ੍ਰਾਪਤ ਹੁੰਦੀ ਹੈ, ਕੋਈ ਕਰਮ ਅੱਗੇ ਆਉਂਦਾ ਹੈ। ਬਾਰ-ਬਾਰ ਮਨੁੱਖ ਚੰਗੀ ਬੋਲੀ ਬੋਲੇ, ਰੋਜ਼-ਰੋਜ਼ ਚੰਗੇ ਕਰਮ ਕਰੇ, ਚੰਗੇ ਕਰਮ ਕਰਨ ਦੇ ਨਾਲ ਸੰਸਕਾਰ ਬਦਲਦੇ ਨੇ, ਸੰਸਕਾਰਾਂ ਦੇ ਨਾਲ ਆਦਤਾਂ ਬਦਲ ਜਾਂਦੀਆਂ। ਫਿਰ ਜਿਹੜੇ ਕਦਮ ਦੂਜੇ ਬੰਨੇ ਜਾਂਦੇ ਸੀ, ਉਹ ਕਦਮ ਗੁਰੂ ਵੱਲ ਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹੀ ਕਦਮ ਪਰਮਾਤਮਾ ਵੱਲ ਨੂੰ ਤੁਰਨੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਮਨੁੱਖ ਨੂੰ ਇਹ ਚਾਹੀਦਾ ਹੈ, ਆਪਣੀ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਸਤ ਸੰਗਤ ਹੋਏ, ਉੱਥੇ ਬੈਠ ਕੇ 15-20 ਮਿੰਟ ਬੈਠ ਕੇ, ਕਿਉਂਕਿ ਸਤ ਸੰਗਤ ਵਿੱਚ ਬੈਠਿਆਂ ਬਾਣੀ ਦਾ ਫਰਮਾਨ, ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਭਰਮ ਦੇ ਵਿੱਚ ਮਨੁੱਖ ਨੂੰ ਚੋਟਾਂ ਪੈਂਦੀਆਂ ਨੇ, ਅਸਲ ਦੇ ਵਿੱਚ ਸੱਟ ਪੈਂਦੀ ਭਰਮ ਵਿੱਚ ਹੈ। ਜਦੋਂ ਭੁਲੇਖਾ ਦੂਰ ਹੋ ਜਾਏ ਨਾ, ਫਿਰ ਕੋਈ ਸੱਟ ਨਹੀਂ। ਜਿਵੇਂ ਭੁਲੇਖਾ ਹੋਏ ਕਿਸੇ ਬੋਤਲ ਦੇ ਵਿੱਚ, ਪੈਪਸੀ ਦੀ ਬੋਤਲ ਹੋਏ ਪਰ ਉਹਦੇ ਵਿੱਚ ਕਾਲੇ ਰੰਗ ਦਾ ਜ਼ਹਿਰ ਪਿਆ ਹੋਏ, ਮਨੁੱਖ ਭੁਲੇਖੇ ਵਿੱਚ ਉਹਨੂੰ ਪੀ ਲੇ। ਕਿਉਂ? ਕਹਿੰਦੇ ਤੂੰ ਪੀਤੀ ਕਿਉਂ? ਕਹਿੰਦੇ ਬੋਤਲ ਤੇ ਉਹਦੀ ਸੀ, ਭੁਲੇਖੇ ਵਿੱਚ ਪੀ ਲਈ। ਭੁਲੇਖੇ ਵਿੱਚ ਮਾਰਿਆ ਜਾਂਦਾ ਹੈ। ਮਨੁੱਖ ਭੁਲੇਖੇ ਵਿੱਚ ਹੀ ਮਾੜਾ ਕਰਮ ਕਰ ਰਿਹਾ। ਇਹ ਦੁਨੀਆ ਦੇ ਵਿੱਚ ਕਈ ਵਾਰ ਰਾਤ ਨੂੰ ਅੰਧੇਰਾ ਹੋਏ ਨਾ, ਅੰਧੇਰੇ ਦੇ ਵਿੱਚ ਰੱਸੀ ਪਈ ਹੋਏ, ਰੱਸੀ ਨੂੰ ਮਨੁੱਖ ਸੱਪ ਸਮਝ ਲੈਂਦਾ ਹੈ। ਉਹ ਜਿਹੜਾ ਸੱਪ ਹੈ, ਜਿਹੜਾ ਸੱਪ ਹੈ ਤੇ ਰੱਸੀ ਹੈ, ਸੱਪ ਸਮਝ ਕੇ ਮਨੁੱਖ ਨੂੰ ਕਿੰਨਾ ਦੁੱਖ ਪ੍ਰਗਟ ਹੁੰਦਾ ਹੈ, ਪਰ ਜਦੋਂ ਚਾਨਣ ਹੁੰਦਾ ਪਤਾ ਲੱਗਦਾ ਸੱਪ ਨਹੀਂ, ਇਹ ਤੇ ਰੱਸੀ ਸੀ। ਐਵੇਂ ਮਨੁੱਖ ਦੁਨੀਆ ਦੇ ਵਿੱਚ ਦੁਨੀਆ ਨੂੰ ਸੱਚ ਸਮਝੀ ਬੈਠਾ ਹੈ, ਆਪਣੇ ਆਪ ਨੂੰ ਸੱਚ ਸਮਝੀ ਬੈਠਾ ਹੈ। ਪਰ ਬਾਣੀ ਕਹਿੰਦੀ ਜਿਸ ਦਿਨ ਤੇਰੇ ਅੰਦਰ ਪ੍ਰਕਾਸ਼ ਹੋਣਾ ਹੈ, ਪਰਮਾਤਮਾ ਦਾ ਗਿਆਨ ਅੰਦਰ ਪ੍ਰਗਟ ਹੋਣਾ ਹੈ, ਉਸ ਦਿਨ ਇਹ ਅਗਿਆਨਤਾ ਦਾ ਪਰਦਾ ਟੁੱਟ ਜਾਏਗਾ। ਜਿਸ ਦਿਨ ਅਗਿਆਨਤਾ ਦਾ ਪਰਦਾ ਟੁੱਟ ਗਿਆ, ਮਨੁੱਖ ਨੂੰ ਭੁਲੇਖਾ ਨਹੀਂ ਪਏਗਾ। ਜਦੋਂ ਭੁਲੇਖਾ ਨਹੀਂ ਪਏਗਾ, ਕੋਈ ਦੁੱਖ ਨਹੀਂ, ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੋ ਜਾਏਗਾ। ਫਿਰ ਮੈਂ ਬੇਨਤੀ ਕਰਦੇ ਹਾਂ, ਅੰਤ ਦੇ ਵਿੱਚ ਮੈਨੂੰ ਇਹ ਗੱਲ ਸੋਹਣੀ ਲੱਗਦੀ ਹੈ, ਜਿਹੜੀ ਇੱਕ ਮਨੁੱਖ, ਇੱਕ ਫਕੀਰ ਆਪਣੀ ਜ਼ਿੰਦਗੀ ਵਿੱਚ ਕੱਪੜੇ ਪਾਟੇ ਹੋਏ ਨੇ, ਬਿਮਾਰੀ ਦੇ ਨਾਲ ਗ੍ਰਸਤ ਹੈ, ਚੀਤੇ ਨੇ ਉਹਨੂੰ ਪਾੜਿਆ ਹੋਇਆ। ਲੋਕ ਕਹਿੰਦਾ ਪਰਮਾਤਮਾ ਤੇਰਾ ਸ਼ੁਕਰ ਹੈ, ਰੋਜ਼-ਰੋਜ਼ ਕਹਿੰਦਾ। ਲੋਕੀ ਕਹਿੰਦੇ ਤੂੰ ਸ਼ੁਕਰ ਕਿਉਂ ਕਰਦਾ ਪਰਮਾਤਮਾ ਦਾ? ਕਹਿੰਦੇ ਮੈਂ ਸ਼ੁਕਰ ਤਾਂ ਕਰਦਾ ਪਰਮਾਤਮਾ, ਮੈਂ ਮੁਸੀਬਤਾਂ ਵਿੱਚ ਹੀ ਘਿਰਿਆ ਹੋਇਆ, ਘੱਟੋ ਘੱਟ ਪਾਪਾਂ ਵਿੱਚ ਤੇ ਨਹੀਂ ਘਿਰਿਆ। ਸਾਧ ਸੰਗਤ ਹੋ ਸਕਦਾ ਹੈ ਮਨੁੱਖ ਮੁਸੀਬਤਾਂ ਵਿੱਚ ਘਿਰਿਆ ਹੋਏ, ਪਰ ਘੱਟੋ ਘੱਟ ਪਰਮਾਤਮਾ ਨੇ ਜੇ ਪਾਪਾਂ ਤੋਂ ਦੂਰ ਰੱਖਿਆ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਚਾਹੀਦਾ ਹੈ। ਮੁਸੀਬਤਾਂ ਤੇ ਢਲਦੇ ਪਰਛਾਵੇਂ ਨੇ, ਦੇਖਣਾ ਕਦੇ ਸੂਰਜ ਚੜ੍ਹਦਾ ਹੈ, ਪਹਿਲਾਂ ਰੁੱਖ ਦੀ ਛਾਂ ਦੂਜੀ ਸਾਈਡ 'ਚ ਹੁੰਦੀ ਹੈ, ਫਿਰ ਦੂਜੀ ਸਾਈਡ 'ਚ ਹੋ ਜਾਂਦੀ ਹੈ। ਇਵੇਂ ਹੁਣ ਸਰਦੀ ਚੱਲ ਰਹੀ ਹੈ, ਅੱਗੇ ਗਰਮੀ ਆ ਜਾਣੀ ਹੈ। ਇਹ ਤੇ ਜ਼ਿੰਦਗੀ ਦੇ ਹਿੱਸੇ ਨੇ, ਕਦੇ ਸੁੱਖ ਨੇ ਕਦੇ ਦੁੱਖ ਨੇ, ਪਰ ਪਰਮਾਤਮਾ ਅੱਗੇ ਬੇਨਤੀਆਂ ਕਰਦੇ ਰਹਿਣਾ ਚਾਹੀਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਕੱਲ੍ਹ ਨੂੰ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਦੀ ਵਿਆਖਿਆ ਉਹਨੂੰ ਦੱਸੀ ਹੈ, ਤਪੇ ਨੂੰ। ਕੱਲ੍ਹ ਨੂੰ ਕਿਵੇਂ ਕਿਵੇਂ ਉਹਦਾ ਉਧਾਰ ਹੁੰਦਾ ਹੈ ਤਪੇ ਦਾ, ਉਹ ਕਥਾ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖਣ, ਘਰਾਂ ਵਿੱਚ ਸੁੱਖ ਸ਼ਾਂਤੀ ਆਨੰਦ ਦੀ ਦਾਤ, ਨਾਮ ਗੁਰਬਾਣੀ ਪਰਮਾਤਮਾ ਦੇ ਸਿਮਰਨ ਦੀ ਦਾਤ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।